Hello guys, welcome back on my YouTube channel. My name is Harpreet Singh and you are watching Commerce EduTech. Today we are going to discuss a new topic from Plus One Accountancy and the topic is ਅਕਾਊਂਟਿੰਗ ਇਕੁਏਸ਼ਨ। ਬਹੁਤ ਇੰਪੋਰਟੈਂਟ ਟੌਪਿਕ ਹੈ ਆਪਣੀ ਬੁੱਕ ਦੇ ਵਿੱਚ। ਇਹ ਰੀਜ਼ਨ ਕੀ ਹੈ ਇਸ ਦੀ ਇੰਪੋਰਟੈਂਸ ਦਾ ਕਿ ਇਹੀ ਚੈਪਟਰ ਦੇ ਨਾਲ ਆਪਾਂ ਨੂੰ ਇਹ ਪਤਾ ਲੱਗੂਗਾ ਕਿ ਇੱਕ ਟ੍ਰਾਂਜੈਕਸ਼ਨ ਦਾ ਸਾਡੀ ਕੰਪਲੀਟ ਅਕਾਊਂਟਿੰਗ ਦੇ ਉੱਪਰ ਇਫੈਕਟ ਕੀ ਪੈਂਦਾ ਹੈ। ਠੀਕ ਹੈ ਜੀ, ਸੋ ਸਟਾਰਟ ਕਰਦੇ ਹਾਂ ਅੱਜ ਦਾ ਟੌਪਿਕ। ਬੇਸਿਕ ਨੌਲੇਜ ਤੋਂ ਆਪਾਂ ਸਟਾਰਟ ਕਰਾਂਗੇ ਕਿ ਸਾਨੂੰ ਅਕਾਊਂਟਿੰਗ ਇਕੁਏਸ਼ਨ ਦੀ ਜ਼ਰੂਰਤ ਪੈਂਦੀ ਆ ਔਰ ਅਕਾਊਂਟਿੰਗ ਇਕੁਏਸ਼ਨ ਦਾ ਜਨਮ ਕਿੱਥੋਂ ਹੋਇਆ। ਦੇਖੋ, ਜਦੋਂ ਅਸੀਂ ਅਕਾਊਂਟਿੰਗ ਕਨਸੈਪਟਸ ਪੜ੍ਹੇ ਸੀ ਤਾਂ ਉਹਦੇ ਅੰਦਰ ਅਸੀਂ ਕੰਸੈਪਟ ਪੜ੍ਹਿਆ ਡੂਅਲ ਆਸਪੈਕਟ ਕੰਸੈਪਟ, ਜਿਸ ਨੂੰ ਅਸੀਂ ਡਬਲ ਐਂਟਰੀ ਸਿਸਟਮ ਦੇ ਨਾਮ ਦੇ ਨਾਲ ਵੀ ਜਾਣਦੇ ਹਾਂ। ਇਹ ਜਿਹੜਾ ਕੰਸੈਪਟ ਹੈ ਇਹੀ ਬੇਸ ਬਣਿਆ ਅਕਾਊਂਟਿੰਗ ਇਕੁਏਸ਼ਨ ਦਾ। ਇਸ ਕੰਸੈਪਟ ਦੇ ਅਕੋਰਡਿੰਗ ਕੀ ਸੀ, ਐਵਰੀ ਡੈਬਿਟ ਹੈਜ਼ ਅ ਕ੍ਰੈਡਿਟ ਵਿਦ ਸਿਮਿਲਰ ਅਮਾਊਂਟ, ਕਿ ਇੱਕ ਡੈਬਿਟ ਦਾ ਇੱਕ ਕ੍ਰੈਡਿਟ ਵੀ ਹੈ ਸਿਮਿਲਰ ਅਮਾਊਂਟ ਦਾ। ਜਾਂ ਇਹ ਕਹਿ ਸਕੀਏ ਕਿ ਇੱਕ ਡੈਬਿਟ ਦੇ ਅਗੇਂਸਟ ਇੱਕ ਤੋਂ ਜ਼ਿਆਦਾ ਕ੍ਰੈਡਿਟ ਹੋ ਸਕਦੇ ਆ ਔਰ ਇੱਕ ਕ੍ਰੈਡਿਟ ਦੇ ਅਗੇਂਸਟ ਇੱਕ ਤੋਂ ਜ਼ਿਆਦਾ ਡੈਬਿਟ ਵੀ ਹੋ ਸਕਦੇ ਆ, ਬਟ ਉਹਨਾਂ ਦਾ ਜੋ ਟੋਟਲ ਹੈ ਦੈਟ ਸ਼ੁੱਡ ਬੀ ਸੇਮ ਹੋਣਾ ਚਾਹੀਦਾ ਇੱਕ ਦੂਸਰੇ ਨਾਲ। ਹੁਣ ਅਕਾਊਂਟਿੰਗ ਇਕੁਏਸ਼ਨ ਸਾਨੂੰ ਇਸੇ ਕੰਸੈਪਟ ਨੂੰ ਅੱਗੇ ਫਰਦਰ ਐਕਸਪਲੇਨ ਕਰਦਾ ਹੈ। ਇਸ ਕੰਸੈਪਟ ਦੇ ਅਕੋਰਡਿੰਗ ਜੋ ਹੈ ਦ ਸਮ ਆਫ ਟੋਟਲ ਐਸੈਟਸ ਇਜ਼ ਆਲਵੇਜ਼ ਇਕੁਅਲ ਟੂ ਦ ਸਮ ਆਫ ਟੋਟਲ ਲਾਇਬਿਲਿਟੀਜ਼। ਅਗਰ ਅਸੀਂ ਇਹ ਕਹੀਏ ਕਿ ਕਿਸੇ ਬਿਜ਼ਨਸ ਦੀ ਸੋਲਵੈਂਸੀ ਪੋਜੀਸ਼ਨ ਨੂੰ ਐਕਸਪਲੇਨ ਕਰੀਏ ਤਾਂ ਉਹ ਕਿਵੇਂ ਕੀਤੀ ਜਾਊਗੀ ਕਿ ਲਾਇਬਿਲਿਟੀਜ਼ ਮਸਟ ਬੀ ਇਕੁਅਲ ਟੂ ਦ ਐਸੈਟਸ। ਕਿ ਬਿਜ਼ਨਸ ਸੋਲਵੈਂਟ ਹੈ ਉਹ ਕਿਵੇਂ ਹੋਊਗਾ ਕਿ ਬਿਜ਼ਨਸ ਆਪਣੀਆਂ ਲਾਇਬਿਲਿਟੀਜ਼ ਨੂੰ ਪੇ ਕਰਨ ਦੇ ਕਾਬਿਲ ਹੈ। ਤਾਂ ਉਹ ਕਿਵੇਂ ਹੈ ਕਿ ਐਸੈਟਸ ਲਾਇਬਿਲਿਟੀਜ਼ ਦੇ ਬਰਾਬਰ ਨੇ। ਅਗਰ ਸੇ ਫॉर ਕਿ ਐਸੈਟਸ ਦੀ ਵੈਲਿਊ ਲਾਇਬਿਲਿਟੀਜ਼ ਤੋਂ ਡਾਊਨ ਹੋ ਜਾਵੇ ਤਾਂ ਅਸੀਂ ਆਪਣੇ ਲਾਇਬਿਲਿਟੀਜ਼ ਕਿਵੇਂ ਪੇ ਕਰਾਂਗੇ। ਠੀਕ ਹੈ, ਔਰ ਇਹ ਵੀ ਹੋ ਨਹੀਂ ਸਕਦਾ ਕਿ ਲਾਇਬਿਲਿਟੀਜ਼ ਦੀ ਵੈਲਿਊ ਐਸੈਟ ਤੋਂ ਡਾਊਨ ਹੋ ਜੇ, ਇਹ ਵੀ ਨਹੀਂ ਹੋ ਪਾਊਗਾ। ਕਿਉਂ? ਕਿਉਂਕਿ ਡੈਬਿਟ ਇਜ਼ ਇਕੁਅਲ ਟੂ ਕ੍ਰੈਡਿਟ, ਉਹ ਦੋਨੋਂ ਬਰਾਬਰ ਹੈ ਤਾਂ ਦੋਨਾਂ ਦੇ ਵਿੱਚ ਕੋਈ ਅੰਤਰ ਹੋ ਨਹੀਂ ਸਕਦਾ। ਇਸੇ ਤਰ੍ਹਾਂ ਦੇਖੋ, ਇਸ ਜੋ ਕੰਸੈਪਟ ਹੈ ਇਹ ਅਕਾਊਂਟਿੰਗ ਇਕੁਏਸ਼ਨ ਦਾ, ਇਹ ਕੀ ਰਿਫਲੈਕਸ਼ਨ ਕਰਦਾ ਹੈ ਕਿ ਐਸੈਟਸ ਆਲਵੇਜ਼ ਇਕੁਅਲ ਟੂ ਕੈਪੀਟਲ ਪਲੱਸ ਲਾਇਬਿਲਿਟੀਜ਼। ਹੁਣ ਦੇਖੋ, ਜੋ ਕੈਪੀਟਲ ਪਲੱਸ ਲਾਇਬਿਲਿਟੀ ਹੈ ਇਹ ਓਵਰਆਲ ਲਾਇਬਿਲਿਟੀ ਦੇ ਹੀ ਦੋ ਪਾਰਟ ਹੈ। ਲਾਇਬਿਲਿਟੀ ਦੋ ਪਾਰਟ ਦੇ ਵਿੱਚ ਵੰਡੀ ਜਾਂਦੀ ਹੈ, ਇੱਕ ਓਨਰਸ ਇਕੁਇਟੀ, ਇੱਕ ਐਕਸਟਰਨਲ ਇਕੁਇਟੀ। ਓਨਰ ਇਕੁਇਟੀ ਨੂੰ ਅਸੀਂ ਕੈਪੀਟਲ ਬੋਲ ਦਿੰਦੇ ਹਾਂ ਔਰ ਜੋ ਐਕਸਟਰਨਲ ਇਕੁਇਟੀ ਹੈ ਉਹ ਕੈਪੀਟਲ ਨੂੰ ਛੱਡ ਕੇ ਰਿਜ਼ਰਵ ਐਂਡ ਸਰਪਲਸ ਨੂੰ ਛੱਡ ਕੇ, ਕਿਉਂਕਿ ਰਿਜ਼ਰਵ ਐਂਡ ਸਰਪਲਸ ਕਿੱਥੋਂ ਬਣਦੇ ਆ, ਪ੍ਰੋਫਿਟ ਦੇ ਵਿੱਚੋਂ ਹੀ ਕੁਝ ਪਾਰਟ ਕੱਟ ਕੇ ਫਿਊਚਰ ਦੇ ਲਈ ਰੱਖਿਆ ਜਾਂਦਾ ਜਿਹਨੂੰ ਅਸੀਂ ਰਿਜ਼ਰਵ ਕਹਿ ਦਿੰਦੇ ਹਾਂ। ਉਹਦੇ ਉੱਪਰ ਐਕਚੁਅਲ ਦੇ ਵਿੱਚ ਹੱਕ ਕਿਸ ਦਾ, ਮਾਲਿਕ ਦਾ। ਇਸ ਕਰਕੇ ਉਹ ਕੈਪੀਟਲ ਦਾ ਹੀ ਪਾਰਟ ਮੰਨਿਆ ਜਾਂਦਾ ਹੈ, ਉਹ ਇੰਟਰਨਲ ਇਕੁਇਟੀ ਮੰਨੀ ਜਾਂਦੀ ਹੈ। ਜਿੰਨੇ ਵੀ ਪ੍ਰੋਫਿਟ ਹੋਣਗੇ ਉਹ ਵੀ ਉਸ ਦਾ ਹੀ ਪਾਰਟ ਹੈ। ਠੀਕ, ਔਰ ਜਿੰਨੇ ਵੀ ਲਾਸ ਹੋਣਗੇ ਉਹ ਵੀ ਐਕਚੁਅਲੀ ਮਾਲਕ ਨੇ ਹੀ ਫੇਸ ਕਰਨੇ ਆ, ਇਸ ਕਰਕੇ ਉਹ ਵੀ ਕੈਪੀਟਲ ਦੇ ਪਾਰਟ ਮੰਨਿਆ ਜਾਂਦਾ ਹੈ। ਸੋ ਲਾਇਬਿਲਿਟੀ ਕੀ ਹੈ ਕਿ ਮਾਲਕ ਨੂੰ ਛੱਡ ਕੇ ਜੋ ਅਸੀਂ ਐਕਸਟਰਨਲ ਪਰਸਨਸ ਪਾਰਟੀਜ਼ ਨੂੰ ਪੇ ਕਰਨਾ ਇਨ ਫਿਊਚਰ, ਤਾਂ ਉਸ ਨੂੰ ਅਸੀਂ ਬੋਲ ਦਿੱਤਾ ਐਕਸਟਰਨਲ ਲਾਇਬਿਲਿਟੀਜ਼। ਤੋ ਐਸੈਟ ਇਹਨਾਂ ਦੋਨਾਂ ਦੇ ਬਰਾਬਰ ਹੋਣੀਆਂ ਚਾਹੀਦੀਆਂ, ਇਹੀ ਸਾਡਾ ਕੰਸੈਪਟ ਹੈ। ਅਕਾਊਂਟਿੰਗ ਟਰਮੀਨੋਲੋਜੀ ਦੇ ਵਿੱਚ ਕੀ ਆ, ਵੀ ਹੈਵ ਆਲਰੇਡੀ ਡਿਸਕਸ ਦ ਮੀਨਿੰਗ ਐਂਡ ਡਿਫਰੈਂਟ ਟਾਈਪ ਆਫ ਐਸੈਟਸ, ਕੈਪੀਟਲ, ਲਾਇਬਿਲਿਟੀਜ਼। ਦੇਖੋ, ਜਦੋਂ ਆਪਾਂ ਅਕਾਊਂਟਿੰਗ ਟਰਮੀਨੋਲੋਜੀ ਕੀਤੀ ਉਹਦੇ ਅੰਦਰ ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ ਕਿ ਐਸੈਟਸ ਕੀ ਹੁੰਦੀਆਂ, ਐਸੈਟਸ ਦੇ ਕਿੰਨੇ ਪਾਰਟ ਹੁੰਦੇ ਆ, ਕੈਪੀਟਲ ਕੀ ਹੁੰਦੀ ਹੈ, ਕੈਪੀਟਲ ਫਾਰਮੇਸ਼ਨ ਕਿਵੇਂ ਹੁੰਦੀ ਹੈ, ਔਰ ਲਾਇਬਿਲਿਟੀਜ਼ ਕੀ ਹੁੰਦੀਆਂ ਨੇ, ਲਾਇਬਿਲਿਟੀਜ਼ ਦੇ ਕਿੰਨੇ ਫਰਦਰ ਪਾਰਟਸ ਹੁੰਦੇ ਆ। ਇਹ ਆਲਰੇਡੀ ਆਪਾਂ ਡਿਸਕਸ ਕਰ ਚੁੱਕੇ। ਠੀਕ ਹੈ, ਅਗਰ ਇਹਨਾਂ ਦੇ ਵਿੱਚ ਕੋਈ ਡਾਊਟ ਹੈ ਤਾਂ ਤੁਸੀਂ ਪ੍ਰੀਵੀਅਸ ਲੈਕਚਰਸ ਦੇ ਵਿੱਚ ਇਸ ਨੂੰ ਸੁਣ ਸਕਦੇ ਹੋ। ਕੈਪੀਟਲ ਮੇ ਆਲਸੋ ਡਿਫਾਈਨਡ ਐਜ਼ ਓਨਰਸ ਇਕੁਇਟੀ, ਇਹ ਆਪਾਂ ਪਹਿਲਾਂ ਹੀ ਡਿਸਕਸ ਕਰ ਚੁੱਕੇ ਕਿ ਕੈਪੀਟਲ ਓਨਰਸ ਇਕੁਇਟੀ ਨੂੰ ਕਿਹਾ ਜਾਂਦਾ ਹੈ। ਅਦਰ ਲਾਇਬਿਲਿਟੀਜ਼ ਸ਼ੈਲ ਨੋਨ ਐਜ਼ ਐਕਸਟਰਨਲ, ਮਾਲਕ ਨੂੰ ਛੱਡ ਦਈਏ ਤਾਂ ਬਾਕੀ ਸਾਰੀਆਂ ਐਕਸਟਰਨਲ ਹੋਣਗੀਆਂ। ਇਟ ਇਜ਼ ਇੰਪੋਰਟੈਂਟ ਟੂ ਨੋਟ, ਹੁਣ ਕੀ ਨੋਟ ਕਰਨਾ ਆਪਾਂ, ਦੈਟ ਪ੍ਰੋਫਿਟਸ, ਗੇਨਸ ਔਰ ਅਦਰ ਕਾਈਂਡ ਆਫ ਇਨਕਮਸ ਐਂਡ ਇੰਟਰੋਡਕਸ਼ਨ ਔਰ ਐਡੀਸ਼ਨ ਆਫ ਸੋਰਸਿਸ ਵਿਲ ਇਨਕਰੀਜ਼ ਦ ਕੈਪੀਟਲ। ਹੁਣ ਦੇਖੋ, ਕੈਪੀਟਲ ਕਿਵੇਂ ਵੱਧਦੀ ਆ। ਹੁਣ ਦੇਖੋ, ਜਿੰਨੇ ਵੀ ਗੇਨ ਹੋਣਗੇ, ਪ੍ਰੋਫਿਟ ਹੋਣਗੇ, ਇਨਕਮਸ ਹੋਣਗੀਆਂ, ਉਹਦੇ ਉੱਪਰ ਐਕਚੁਅਲ 'ਚ ਹੱਕ ਕਿਸ ਦਾ, ਐਟ ਦੀ ਐਂਡ ਉਹ ਸਾਰਾ ਕੁਝ ਬਿਜ਼ਨਸ ਨੇ ਮਾਲਕ ਦੇ ਹੈਂਡ ਓਵਰ ਕਰ ਦੇਣਾ।
ठीक। और अगर असी गल करिए कि इंट्रोडक्शन ऑफ एडिशनल सोर्सेज, वो किहड़े सोर्सेज की गल कर रहा, ਉਹ ਸੋਰਸਿਸ ਨੇ ਜਿਹੜੇ ਕਿ ਮਾਲਕ ਆਪਣੀ ਪੋਕਿਟ ਦੇ ਵਿੱਚੋਂ ਲਗਾਊਗਾ। ਦੇਖੋ ਅਗਰ ਅਸੀਂ ਕੋਈ ਐਸੈਟ ਨੂੰ ਪਰਚੇਜ਼ ਕਰ ਲੈਂਦੇ ਹਾਂ ਬਿਜ਼ਨਸ 'ਚ ਯੂਜ਼ ਕਰਨ ਦੇ ਲਈ, ਤਾਂ ਉਹ ਵੀ ਇੱਕ ਰਿਸੋਰਸ ਹੈ ਜਿਸ ਨੂੰ ਅਸੀਂ ਯੂਜ਼ ਕੀਤਾ, ਇਕਨੋਮਿਕ ਰਿਸੋਰਸ ਆ ਉਹ, ਤਾਂ ਉਹੀ ਐਸੈਟ ਦੀ ਡੈਫੀਨੇਸ਼ਨ ਬਣੀ। ਉਹ ਵੀ ਇਕਨੋਮਿਕ ਰਿਸੋਰਸ ਹੈ ਜਿਸ ਨੂੰ ਬਿਜ਼ਨਸ ਯੂਜ਼ ਕਰਦਾ ਆਪਣੀ ਅਰਨਿੰਗ ਦੇ ਲਈ, ਆਪਣੀ ਮੇਨਟੇਨੈਂਸ ਦੇ ਲਈ, ਲੇਕਿਨ ਉਸ ਨੂੰ ਅਸੀਂ ਕੈਪੀਟਲ 'ਚ ਐਡ ਨਹੀਂ ਕਰ ਦਿੰਦੇ, ਉਹਦੇ ਨਾਲ ਕੈਪੀਟਲ ਨਹੀਂ ਵੱਧਦੀ। ਕਿਉਂਕਿ ਕਾਰਨ ਕੀ ਹੈ ਕਿ ਉਹ ਬਿਜ਼ਨਸ ਨੇ ਖਰੀਦਿਆ। ਲੇਕਿਨ ਜੇਕਰ ਉਹੀ ਚੀਜ਼ ਮਾਲਕ ਆਪਣੀ ਪੋਕਿਟ ਦੇ ਵਿੱਚੋਂ ਪੈਸਾ ਖਰਚ ਕੇ ਬਿਜ਼ਨਸ 'ਚ ਇਨਵੈਸਟ ਕਰੂਗਾ ਤਾਂ ਉਸ ਨੂੰ ਅਸੀਂ ਕੈਪੀਟਲ ਦਾ ਪਾਰਟ ਮੰਨਦੇ ਹਾਂ। ਕਿਉਂਕਿ ਕੈਪੀਟਲ ਕੀ ਹੈ, ਇੱਕ ਪਰਸਨਲ ਰਿਪਰੈਜ਼ੈਂਟੇਟਿਵ ਅਕਾਊਂਟ ਹੈ। ਕਿਸ ਦਾ? ਮਾਲਕ ਦਾ, ਓਨਰ ਦਾ। ਅਗਰ ਅਸੀਂ ਮਾਲਕ ਦਾ ਅਕਾਊਂਟ ਬੋਲੀਏ ਕਿ ਬਿਜ਼ਨਸ 'ਚ ਕਿੱਥੇ ਸਟੈਂਡ ਕਰਦਾ, ਤਾਂ ਅਸੀਂ ਕੀ ਬੋਲਾਂਗੇ? ਕੈਪੀਟਲ। ਕੈਪੀਟਲ ਹੀ ਮਾਲਕ ਦਾ ਅਕਾਊਂਟ ਹੈ, ਠੀਕ ਆ। ਮਾਲਕ ਨੂੰ ਰੀਪ੍ਰਜੈਂਟ ਕਰਦਾ ਹੈ। ਅਗਰ ਮਾਲਕ ਕੋਈ ਵੀ ਚੀਜ਼ ਬਿਜ਼ਨਸ 'ਚ ਇੰਟਰੋਡਿਊਸ ਕਰੂਗਾ ਤਾਂ ਉਹਦੇ ਨਾਲ ਕੈਪੀਟਲ ਜਿਹੜੀ ਹੈ ਹਿੱਟ ਹੋਊਗੀ, ਪਲੱਸ ਹੋਊਗੀ, ਜਾਂ ਅਗਰ ਉਹ ਕਢਵਾ ਕੇ ਲੈ ਕੇ ਗਿਆ ਤਾਂ ਮਾਈਨਸ ਹੋਊਗੀ। ਜਿਵੇਂ ਲਿਖਿਆ, ਔਨ ਦੀ ਅਦਰ ਹੈਂਡ ਆਲ ਐਕਸਪੈਂਸਿਸ ਕਿਸਨੇ ਫੇਸ ਕਰਨੇ ਆ? ਸਾਰੇ ਲॉस ਕਿਸਨੇ ਫੇਸ ਕਰਨੇ ਆ? ਮਾਲਕ ਨਹੀਂ ਫੇਸ ਕਰਨੇ ਅਲਟੀਮੇਟਲੀ। ਔਰ ਜੋ ਨੇ ਵਿਡਰੋਲ ਕੀਤੇ ਰਿਸੋਰਸਿਸ ਆਪਣੇ ਪਰਸਨਲ ਯੂਜ਼ ਦੇ ਲਈ, ਤਾਂ ਉਹ ਸਾਰਾ ਕੀ ਹੈ, ਕੈਪੀਟਲ ਨੂੰ ਡਿਕਰੀਜ਼ ਕਰ ਦੇਗਾ। ਦੇਖੋ ਇੱਕ ਚੀਜ਼ ਹੈ ਥੋੜੀ ਜੀ ਕਿ ਟਿਪੀਕਲ ਵੀ ਹੈ ਸਮਝਾਉਣ ਦੇ ਲਈ, ਅਗਰ ਅਸੀਂ ਗੱਲ ਕਰੀਏ ਇਸ ਲੈਵਲ ਦੇ ਉੱਪਰ, ਕਿ ਜੋ ਅਕਾਊਂਟਿੰਗ ਇਕੁਏਸ਼ਨ ਬਣਦੀ ਹੈ ਇਹ ਕਲੋਜ਼ਿੰਗ ਇਫੈਕਟਸ ਦੇ ਨਾਲ ਬਣਦੀ ਹੈ। ਕਲੋਜ਼ਿੰਗ ਇਫੈਕਟਸ ਦੇ ਨਾਲ ਕਿਵੇਂ ਬਣਦੀ ਹੈ, ਅਗਰ ਤੁਹਾਨੂੰ ਸਮਝਾਵਾਂ ਮੈਂ ਕਿ ਇਸ ਤਰ੍ਹਾਂ ਅਕਾਊਂਟ ਬਣਦੇ ਆ। ਇਸ ਸਾਈਡ ਦੇ ਉੱਪਰ ਇਨਕਮ ਲਿਖੀ ਜਾਂਦੀ ਹੈ ਔਰ ਇਸ ਸਾਈਡ ਦੇ ਉੱਪਰ ਸਾਰੇ ਦੇ ਸਾਰੇ ਖਰਚੇ ਲਿਖੇ ਜਾਂਦੇ ਆ। ਔਰ ਜੋ ਇਨਕਮ ਖਰਚਿਆਂ ਦੇ ਵਿੱਚੋਂ ਮਾਈਨਸ ਹੋ ਕੇ ਜੋ ਐਕਸੈਸ ਬਚੂਗਾ ਉਸ ਨੂੰ ਅਸੀਂ ਕੀ ਬੋਲਦੇ ਹਾਂ? ਪ੍ਰੋਫਿਟ। ਔਰ ਅਗਰ ਖਰਚੇ ਜ਼ਿਆਦਾ ਹੋ ਗਏ ਇਨਕਮ ਤੋਂ ਤਾਂ ਅਸੀਂ ਕੀ ਲਿਖ ਦਿੱਤਾ? ਲॉस। ਅਲਟੀਮੇਟਲੀ ਪ੍ਰੋਫਿਟ ਦੇ ਉੱਪਰ ਮਾਲਕ ਦਾ ਹੱਕ ਹੈ, ਲॉस ਵੀ ਮਾਲਕ ਨੇ ਹੀ ਫੇਸ ਕਰਨਾ ਹੈ। ਔਰ ਜਦੋਂ ਅਕਾਊਂਟਿੰਗ ਇਕੁਏਸ਼ਨ ਬਣਦੀ ਹੈ, ਸੇ ਫॉर ਕਿ ਅਗਰ ਕੋਈ ਇਨਕਮ ਦੀ ਜਰਨਲ ਐਂਟਰੀ ਆ ਜਾਂਦੀ ਹੈ ਸਾਡੇ ਅੱਗੇ ਟ੍ਰਾਂਜੈਕਸ਼ਨ, ਤਾਂ ਅਸੀਂ ਉਹਦੇ ਅਗੇਂਸਟ ਐਕਸਪੈਂਸਿਸ ਨੂੰ ਕੀ ਮੰਨ ਕੇ ਚੱਲਦੇ ਹਾਂ? ਜ਼ੀਰੋ। ਤਾਂ ਉਹ ਸਾਰੀ ਇਨਕਮ ਕੀ ਬਣ ਜਾਏਗੀ? ਟੋਟਲ ਪ੍ਰੋਫਿਟ 'ਚ ਕਨਵਰਟ ਹੋ ਜਾਏਗੀ। ਔਰ ਪ੍ਰੋਫਿਟ ਕੀ ਨੂੰ ਦੇਣੇ ਆਪਾਂ ਨੇ? ਮਾਲਕ ਨੂੰ। ਇਸ ਕਰਕੇ ਉਹ ਡਾਇਰੈਕਟ ਹੀ ਜਾ ਕੇ ਕੈਪੀਟਲ 'ਚ ਐਡ ਹੋ ਜਾਂਦੀ ਹੈ। ਸਿਮਿਲਰ ਅਗਰ ਕੋਈ ਐਕਸਪੈਂਸ ਦੀ ਸਾਨੂੰ ਟ੍ਰਾਂਜੈਕਸ਼ਨ ਮਿਲ ਜਾਂਦੀ ਹੈ ਕਿ ਸੈਲਰੀਜ਼ ਪੇ ਕਰ ਦਿੱਤੀਆਂ, ਉਹਦੇ ਅਗੇਂਸਟ ਸਾਡੇ ਕੋਲ ਇਨਕਮ ਅਸੀਂ ਕੀ ਮੰਨ ਕੇ ਚੱਲਣੀ ਹੈ ਉਸ ਟਾਈਮ? ਜ਼ੀਰੋ। ਔਰ ਐਕਸਪੈਂਸਿਸ ਮਾਈਨਸ ਜ਼ੀਰੋ ਇਜ਼ ਇਕਲ ਟੂ ਲॉस। ਤਾਂ ਅਸੀਂ ਲॉस ਵੀ ਕਿਸ ਨੂੰ ਫੜਾ ਦੇਣਾ ਚੱਕ ਕੇ? ਕੈਪੀਟਲ ਨੂੰ, ਮਤਲਬ ਕਿ ਮਾਲਕ ਨੂੰ। ਤਾਂ ਇਸ ਤਰ੍ਹਾਂ ਅਸੀਂ ਟ੍ਰਾਂਜੈਕਸ਼ਨਸ ਨੂੰ ਲੈ ਕੇ ਚੱਲਣਾ, ਅਸੀਂ ਕਲੋਜ਼ਿੰਗ ਇਫੈਕਟਸ ਨੂੰ ਧਿਆਨ 'ਚ ਰੱਖ ਕੇ ਚੱਲਣਾ। ਠੀਕ ਹੈ, ਇਹ ਨਹੀਂ ਦੇਖਣਾ ਕਿ ਖਰਚਾ ਹੈ, ਇਹ ਬਿਜ਼ਨਸ ਦਾ ਐਕਸਪੈਂਸ ਹੈ, ਇਹਨੂੰ ਆਪਾਂ ਹੁਣ ਹੀ ਕੈਪੀਟਲ ਦੇ ਵਿੱਚੋਂ ਮਾਈਨਸ ਕਿਉਂ ਕਰ ਰਹੇ ਹਾਂ? ਕਿਉਂਕਿ ਉਹ ਆਪਣਾ ਕਲੋਜ਼ਿੰਗ ਇਫੈਕਟ ਦੇਖ ਕੇ ਚੱਲਦਾ ਹੈ। ਐਕਸਪੈਂਸ ਮਾਈਨਸ ਇਨਕਮ ਇਜ਼ ਇਕਲ ਟੂ ਲॉस। ਕਿਉਂਕਿ ਇਨਕਮ ਉੱਥੇ ਕੀ ਹੈ? ਜ਼ੀਰੋ। ਅਗਰ ਇਨਕਮ ਦਿੱਤੀ ਹੋਈ ਹੈ ਤਾਂ ਮਾਈਨਸ ਐਕਸਪੈਂਸ ਇਜ਼ ਇਕਲ ਟੂ ਪ੍ਰੋਫਿਟ, ਕਿਉਂਕਿ ਪ੍ਰੋਫਿਟ ਐਕਸਪੈਂਸ ਉੱਥੇ ਕਿੰਨੇ ਆ? ਜ਼ੀਰੋ। ਸੋ ਇਸ ਤਰ੍ਹਾਂ ਅਸੀਂ ਟ੍ਰਾਂਜੈਕਸ਼ਨਸ ਨੂੰ ਸਟੱਡੀ ਕਰਨਾ ਹੈ। ਸੋ ਟੂ ਅੰਡਰਸਟੈਂਡ ਦਾ ਅਕਾਊਂਟਿੰਗ ਇਕੁਏਸ਼ਨ, ਪਹਿਲਾਂ ਅਸੀਂ ਅਗਰ ਅਕਾਊਂਟਿੰਗ ਇਕੁਏਸ਼ਨ ਨੂੰ ਅੰਡਰਸਟੈਂਡ ਕਰਨਾ, ਇਸ ਨੂੰ ਬਣਾਉਣਾ ਸਿੱਖਣਾ ਹੈ, ਤਾਂ ਉਸ ਤੋਂ ਪਹਿਲਾਂ ਸਾਨੂੰ ਕੀ ਹੈ? ਟ੍ਰਾਂਜੈਕਸ਼ਨ ਦੀ ਨੇਚਰ ਨੂੰ ਸਮਝਣਾ ਪਊਗਾ ਕਿ ਟ੍ਰਾਂਜੈਕਸ਼ਨ ਦੇ ਵਿੱਚੋਂ ਅਸੀਂ ਅਕਾਊਂਟਿੰਗ ਇਕੁਏਸ਼ਨ ਬਣਾਉਣ ਦੇ ਲਈ ਕਿਹੜੀਆਂ-ਕਿਹੜੀਆਂ ਚੀਜ਼ਾਂ ਫਾਈਂਡ ਕਰ ਸਕਦੇ ਹਾਂ। ਇੱਕ ਟ੍ਰਾਂਜੈਕਸ਼ਨ ਦੇ ਅੰਦਰ ਐਸਾ ਕੀ ਹੁੰਦਾ। ਠੀਕ ਹੈ ਜੀ। ਸੋ ਸਟਾਰਟ ਕਰਦੇ ਹਾਂ ਆਪਾਂ। which means we have to understand what happen in the transaction, ਕਿ ਟ੍ਰਾਂਜੈਕਸ਼ਨ ਦੇ ਵਿੱਚ ਹੋ ਕੀ ਰਿਹਾ ਸਾਨੂੰ ਇਹ ਸਮਝਣਾ ਪਊਗਾ। ਲਾਈਕ ਉਹਦੇ ਅੰਦਰ ਕਿਆ ਐਸੈਟਸ ਵੱਧ ਰਹੀਆਂ ਨੇ ਜਾਂ ਐਸੈਟਸ ਘਟ ਰਹੀਆਂ ਨੇ, ਕਿਆ ਲਾਇਬਿਲਿਟੀਜ਼ ਵੱਧ ਰਹੀਆਂ ਜਾਂ ਲਾਇਬਿਲਿਟੀਜ਼ ਘਟ ਰਹੀਆਂ, ਕਿਆ ਉਸ ਦੇ ਅੰਦਰ ਕੋਈ ਖਰਚਾ ਹੋਇਆ, ਕੋਈ ਲਾਸ ਹੋਇਆ, ਜਾਂ ਉਹਦੇ ਅੰਦਰ ਕੋਈ ਐਸੀ ਇਨਕਮ ਹੋਈ ਹੈ ਜਾਂ ਗੇਨ ਹੋਈ ਹੈ। ਅਗਰ ਕੋਈ ਖਰਚਾ ਜਾਂ ਲਾਸ ਹੋਇਆ ਤਾਂ ਉਸ ਨੇ ਕੈਪੀਟਲ ਨੂੰ ਘਟਾ ਦੇਣਾ। ਉਹਦਾ ਕਾਰਨ ਕੀ ਆ ਆਪਾਂ ਹੁਣੇ ਹੀ ਡਿਸਕਸ ਕਰਕੇ ਹਟੇ। ਅਗਰ ਕੋਈ ਇਨਕਮ ਜਾਂ ਗੇਨ ਹੁੰਦੀ ਹੈ ਤਾਂ ਉਸ ਦੇ ਨਾਲ ਕੈਪੀਟਲ ਇਨਕਰੀਜ਼ ਹੋ ਜਾਂਦੀ ਹੈ। ਇਹ ਵੀ ਕਿਉਂ? ਕਿਉਂਕਿ ਇਹ ਵੀ ਅਸੀਂ ਡਿਸਕਸ ਕੀਤਾ, ਕਿਉਂਕਿ ਇਨਕਮ ਔਰ ਗੇਨ ਦੇ ਬਰਾਬਰ ਅਸੀਂ ਖਰਚੇ ਨੂੰ ਕੀ ਮੰਨ ਕੇ ਚੱਲਣਾ? ਜ਼ੀਰੋ। ਔਰ ਸਾਰੇ ਦਾ ਸਾਰਾ ਪ੍ਰੋਫਿਟ ਹੋ ਜਾਊਗਾ ਔਰ ਅਸੀਂ ਉਹ ਪ੍ਰੋਫਿਟ ਮਾਲਕ ਦੇ ਅਕਾਊਂਟ ਦੇ ਵਿੱਚ ਐਡ ਕਰ ਦਾਂਗੇ ਔਰ ਕੈਪੀਟਲ ਉਸ ਦੇ ਨਾਲ ਇਨਕਰੀਜ਼ ਹੋ ਜਾਊਗੀ।
ਹੁਣ ਇਸ ਪਰਪਸ ਦੇ ਲਈ ਅਸੀਂ ਜੋ ਟ੍ਰਾਂਜੈਕਸ਼ਨ ਹੈ ਉਸ ਨੂੰ ਅਸੀਂ 3 ਕੈਟਾਗਰੀਜ਼ ਦੇ ਵਿੱਚ ਡਿਵਾਈਡ ਕੀਤਾ। ਪਹਿਲੀ ਕੈਟਾਗਰੀ ਕਿਹੜੀ ਹੈ? ਜੋ ਟ੍ਰਾਂਜੈਕਸ਼ਨ ਅਫੈਕਟ ਕਰਦੀ ਹੈ ਓਨਲੀ ਵਨ ਐਲੀਮੈਂਟ, ਸਿਰਫ ਇੱਕ ਐਲੀਮੈਂਟ ਨੂੰ ਅਫੈਕਟ ਕਰੂਗੀ। ਉਹ ਐਲੀਮੈਂਟ ਕਿਹੜਾ ਹੈ? ਜਾਂ ਤਾਂ ਉਹ ਐਸੈਟ ਹੋ ਸਕਦੀ ਹੈ, ਜਾਂ ਉਹ ਕੱਲੀ ਲਾਇਬਿਲਿਟੀ ਹੋ ਸਕਦੀ ਹੈ, ਠੀਕ ਹੈ, ਜਾਂ ਉਹ ਕੱਲੀ ਕੈਪੀਟਲ ਵੀ ਹੋ ਸਕਦੀ ਹੈ। ਕਿਉਂਕਿ ਸਾਡੇ ਕੋਲ ਦੇਖੋ ਤਿੰਨੋਂ ਹੀ ਚੀਜ਼ਾਂ ਨੇ। ਅਸੀਂ ਕੀ ਲਿਆ ਸੀ? ਐਸੈਟਸ ਇਜ਼ ਇਕੁਅਲ ਟੂ ਕੈਪੀਟਲ ਪਲੱਸ ਲਾਇਬਿਲਿਟੀਜ਼। ਇਹ ਤਿੰਨ ਫੈਕਟ ਦੇਖਣੇ, ਤਿੰਨੋਂ ਹੀ ਐਲੀਮੈਂਟ ਨੇ ਸਾਡੇ। ਇਹ ਤਿੰਨਾਂ ਦੇ ਵਿੱਚੋਂ ਕਿਸੇ ਇੱਕ ਐਲੀਮੈਂਟ ਦੇ ਉੱਪਰ ਕੋਈ ਟ੍ਰਾਂਜੈਕਸ਼ਨ ਹਿੱਟ ਕਰ ਸਕਦੀ ਹੈ। ਲਾਈਕ ਕਿਵੇਂ? ਟ੍ਰਾਂਜੈਕਸ਼ਨਸ ਅਫੈਕਟਿੰਗ ਐਸੈਟਸ ਓਨਲੀ। ਕੁਝ ਟ੍ਰਾਂਜੈਕਸ਼ਨ ਐਸੀਆਂ ਹੁੰਦੀਆਂ ਨੇ ਜਿਹਦੇ ਨਾਲ ਸਿਰਫ ਐਸੈਟਸ ਹੀ ਹਿੱਟ ਹੁੰਦੀਆਂ, ਐਸੈਟਸ ਨੂੰ ਇਫੈਕਟ ਕਰਦੀਆਂ ਨੇ। ਉਹ ਕਿਹੜੀਆਂ ਟ੍ਰਾਂਜੈਕਸ਼ਨ ਹੋ ਸਕਦੀਆਂ? ਇਹਦੇ ਨਾਲ ਜਾਂ ਤਾਂ ਐਸੈਟ ਇਨਕਰੀਜ਼ ਹੁੰਦੀ ਹੈ ਜਾਂ ਐਸੈਟ ਡਿਕਰੀਜ਼ ਹੁੰਦੀ ਹੈ। ਦੇਖੋ ਐਗਜ਼ਾਮਪਲ ਦੇ ਤੌਰ ਤੇ ਆਪਾਂ ਲੈਂਦੇ ਹਾਂ ਕਿ ਮਸ਼ੀਨ ਪਰਚੇਜ਼ ਕੀਤੀ ਕੈਸ਼ ਪੇਮੈਂਟ ਦੇ ਕੇ। ਹੁਣ ਦੇਖੋ ਇਹਦੇ ਨਾਲ ਕੀ ਇਫੈਕਟ ਹੋਇਆ? ਮਸ਼ੀਨ ਸਾਡਾ ਖਰਚਾ ਨਹੀਂ ਹੈਗਾ, ਮਸ਼ੀਨ ਸਾਡੀ ਐਸੈਟ ਹੈ। ਕਾਰਨ ਕੀ? ਕਿਉਂਕਿ ਅਸੀਂ ਉਸ ਨੂੰ ਲੌਂਗ ਟਰਮ ਤੇ ਯੂਜ਼ ਕਰਨਾ ਹੈ। ਖਰਚਾ ਕੀ ਹੁੰਦਾ ਹੈ? ਦੇਖੋ ਪੇਮੈਂਟ ਅਸੀਂ ਕਰਦੇ ਹਾਂ ਕਿਸੇ ਚੀਜ਼ ਦੇ ਉੱਪਰ, ਉਹਨੂੰ ਅਸੀਂ ਖਰਚਾ ਮੰਨਣਾ ਹੈ ਜਾਂ ਅਸੀਂ ਉਸ ਨੂੰ ਐਸੈਟ ਮੰਨਣਾ ਹੈ। ਇਹ ਡਿਪੈਂਡ ਕਰਦਾ ਉਸ ਦੇ ਯੂਜ਼ਸ ਦੇ ਉੱਪਰ ਕਿ ਉਹ ਚੀਜ਼ ਨੂੰ ਅਸੀਂ ਖਰੀਦਿਆ ਕਿਉਂ ਹੈ। ਲੌਂਗ ਟਰਮ ਯੂਜ਼ ਕਰਨਾ ਹੈ, ਉਸ ਤੋਂ ਅਸੀਂ ਫਰਦਰ ਅੱਗੇ ਆਪਣੀ ਅਰਨਿੰਗ ਸਟਾਰਟ ਕਰਨੀ ਹੈ, ਜਾਂ ਉਸ ਐਸੈਟ ਨੂੰ ਅਸੀਂ ਰੀਸੇਲ ਲਈ ਖਰੀਦਿਆ ਇਮੀਡੀਏਟਲੀ। ਅਗਰ ਇਮੀਡੀਏਟਲੀ ਰੀਸੇਲ ਲਈ ਖਰੀਦਿਆ ਤਾਂ ਅਸੀਂ ਉਸ ਨੂੰ ਐਸੈਟ ਨਹੀਂ ਮੰਨਦੇ, ਤਾਂ ਇਟ ਮੀਨਸ ਉਹ ਸਾਡਾ ਕੰਮ ਹੋ ਸਕਦਾ ਹੈ। ਅਗਰ ਫਰਨੀਚਰ ਵਾਲਾ ਫਰਨੀਚਰ ਖਰੀਦਦਾ ਹੈ, ਇਟ ਮੀਨਸ ਉਹ ਰੀਸੇਲ ਲਈ ਖਰੀਦ ਰਿਹਾ, ਠੀਕ ਹੈ, ਉਹਨੂੰ ਅਸੀਂ ਐਸੈਟ ਨਹੀਂ ਮੰਨਾਂਗੇ। ਉਹੀ ਫਰਨੀਚਰ ਅਗਰ ਅਸੀਂ ਖਰੀਦਾਂਗੇ ਤਾਂ ਅਸੀਂ ਰੀਸੇਲ ਵਾਸਤੇ ਨਹੀਂ ਖਰੀਦਾਂਗੇ, ਕਿਉਂਕਿ ਉਹ ਸਾਡਾ ਬਿਜ਼ਨਸ ਨਹੀਂ ਹੈ। ਇਸ ਕਰਕੇ ਉਹਦੀ ਨੇਚਰ ਤੋਂ ਪਤਾ ਲੱਗ ਜਾਂਦਾ ਹੈ ਕਿ ਕਿਆ ਉਹ ਚੀਜ਼ ਸਾਡੀ ਐਸੈਟ ਹੈ ਜਾਂ ਨਹੀਂ ਹੈ। ਸੋ ਅਗਰ ਮਸ਼ੀਨ ਖਰੀਦਦੇ ਆ ਪੈਸਾ ਦੇ ਕੇ, ਤਾਂ ਇੱਥੇ ਕੀ ਹੋਇਆ? ਮਸ਼ੀਨ ਸਾਡੀ ਐਸੈਟ ਹੈ, ਤਾਂ ਮਸ਼ੀਨ ਉੱਥੇ ਕੀ ਹੈ? ਪਲੱਸ ਹੋ ਜਾਂਦੀ ਹੈ। ਔਰ ਦੂਸਰੇ ਪਾਸੇ ਅਸੀਂ ਕੀ ਕਰ ਦਿੱਤਾ? ਕੈਸ਼ ਪੇਮੈਂਟ ਕਰ ਦਿੱਤੀ, ਤਾਂ ਕੈਸ਼ ਮਾਈਨਸ ਹੋ ਗਿਆ। ਕੈਸ਼ ਵੀ ਸਾਡੀ ਐਸੈਟ ਹੈ। ਤੋ ਇਹ ਉਹ ਟ੍ਰਾਂਜੈਕਸ਼ਨ ਹੈ ਜਿਹਦੇ ਨਾਲ ਇੱਕ ਐਸੈਟ ਇਨਕਰੀਜ਼ ਕਰਦੀ ਹੈ ਔਰ ਦੂਸਰੀ ਐਸੈਟ ਡਿਕਰੀਜ਼ ਹੋ ਜਾਂਦੀ ਹੈ। ਸੇਲ ਦੇ ਉੱਪਰ ਵੀ ਲਿਖ ਸਕਦੇ ਹਾਂ ਕਿ ਅਸੀਂ ਇਹੀ ਮਸ਼ੀਨ ਵੇਚ ਦਿੱਤੀ, ਪ੍ਰੋਫਿਟ ਨਹੀਂ ਨਾ ਹੀ ਲਾਸ, ਅਸੀਂ ਉਹਨੂੰ ਬੁੱਕ ਵੈਲਿਊ ਦੇ ਉੱਪਰ ਹੀ ਵੇਚ ਦਿੱਤਾ, ਤਾਂ ਉੱਥੇ ਕੀ ਹੋਇਆ? ਨੋ ਪ੍ਰੋਫਿਟ ਨੋ ਲਾਸ। ਮਸ਼ੀਨ ਚਲੀ ਗਈ, ਮਸ਼ੀਨ ਮਾਈਨਸ 'ਚ ਹੋ ਗਈ, ਕੈਸ਼ ਆ ਗਿਆ, ਕੈਸ਼ ਪਲੱਸ 'ਚ ਹੋ ਗਿਆ। ਸੋ ਇਹ ਉਹ ਟ੍ਰਾਂਜੈਕਸ਼ਨ ਹੈ ਜਿਸ ਦੇ ਨਾਲ ਇੱਕ ਐਸੈਟ ਜਾਂ ਤਾਂ ਘਟ ਜੂਗੀ ਔਰ ਦੂਸਰੀ ਐਸੈਟ ਵੱਧ ਜੂਗੀ, ਠੀਕ ਹੈ। ਅਫੈਕਟ ਕਰੂਗੀ ਸਿਰਫ ਸਿੰਗਲ ਐਲੀਮੈਂਟ ਐਸੈਟ ਨੂੰ। ਦੂਸਰੀ ਟ੍ਰਾਂਜੈਕਸ਼ਨ ਕੀ ਹੈ? ਜਿਹਦੇ ਨਾਲ ਲਾਇਬਿਲਿਟੀ ਘਟ ਸਕਦੀ ਹੈ ਔਰ ਲਾਇਬਿਲਿਟੀ ਹੀ ਵੱਧ ਸਕਦੀ ਹੈ। ਮਤਲਬ ਇਹ ਸਾਈਮਲਟੇਨੀਅਸਲੀ ਸਿਰਫ ਲਾਇਬਿਲਿਟੀ ਦੇ ਉੱਪਰ ਹੀ ਅਫੈਕਟ ਕਰੂਗੀ। ਹੁਣ ਇਹਦੀ ਐਗਜ਼ਾਮਪਲ ਆਪਾਂ ਕੀ ਲਈਏ ਕਿ ਇੱਕ ਲੋਨ ਖੜਾ ਸੀ ਸਾਡਾ, ਉਸ ਲੋਨ ਨੂੰ ਚੁਕਾਉਣ ਦੇ ਲਈ ਅਸੀਂ ਇੱਕ ਹੋਰ ਲੋਨ ਲੈ ਲਿਆ। ਦੇਖੋ ਇੱਕ ਲੋਨ ਖਤਮ ਹੋ ਗਿਆ, ਦੂਸਰਾ ਲੋਨ ਸਟਾਰਟ ਹੋ ਗਿਆ। ਇੱਕ ਲਾਇਬਿਲਿਟੀ ਖਤਮ ਹੋਈ, ਦੂਸਰੀ ਲਾਇਬਿਲਿਟੀ ਖੜੀ ਹੋ ਗਈ। ਸੇ ਫॉर ਕਿ ਅਸੀਂ ਬੈਂਕ ਨੂੰ ਕੋਈ ਪੇਮੈਂਟ ਕਰਨੀ ਹੈ ਔਰ ਅਸੀਂ ਕਿਸੇ ਤੋਂ ਉਧਾਰ ਪੈਸੇ ਫੜ ਲਏ। ਹੁਣ ਬੈਂਕ ਨੂੰ ਪੇਮੈਂਟ ਦੇ ਦਿੱਤੀ ਔਰ ਉਧਾਰ ਪੈਸਾ ਫੜਿਆ, ਮਤਲਬ ਕੀ ਹੋ ਗਿਆ? ਤਾਂ ਸਾਡਾ ਦੂਸਰੇ ਪਾਸੇ ਇੱਕ ਲੋਨ ਖੜਾ ਹੋ ਗਿਆ। ਜਾਂ ਮਾਲਕ ਨੇ ਆਪਣੀ ਜੇਬ ਦੇ ਵਿੱਚੋਂ ਉਹ ਲੋਨ ਪੇ ਕਰ ਦਿੱਤਾ, ਤਾਂ ਲੋਨ ਮਾਈਨਸ ਹੋ ਗਿਆ, ਸਾਡੀ ਉਹ ਲਾਇਬਿਲਿਟੀ ਖਤਮ ਹੋ ਗਈ। ਔਰ ਦੂਸਰੇ ਪਾਸੇ ਮਾਲਕ ਨੇ ਆਪਣੀ ਜੇਬ 'ਚੋਂ ਦਿੱਤਾ, ਤਾਂ ਕੀ ਹੋਊਗਾ? ਉਹਦੀ ਕੈਪੀਟਲ ਪਲੱਸ ਹੋ ਜਾਊਗੀ, ਕਿਉਂਕਿ ਹੁਣ ਬਿਜ਼ਨਸ ਨੇ, ਦੇਖੋ ਇੱਕ ਲਾਇਬਿਲਿਟੀ ਤਾਂ ਵਧਣੀ ਹੈ। ਕਿਹੜੀ ਲਾਇਬਿਲਿਟੀ ਵਧੀ? ਕੈਪੀਟਲ। ਹੁਣ ਵਧੀ ਕਿਉਂ? ਕਿਉਂਕਿ ਬਿਜ਼ਨਸ ਤੇ ਬਿਜ਼ਨਸਮੈਨ ਦੋਨੋਂ ਸੈਪਰੇਟ ਪਰਸਨ ਹੁੰਦੇ ਆ। ਇਹ ਵੀ ਆਪਾਂ ਬਿਜ਼ਨਸ ਐਂਟੀਟੀ ਕਨਸੈਪਟ ਦੇ ਵਿੱਚ ਪੜ੍ਹਿਆ ਹੋਇਆ ਕਿ ਅਗਰ ਮਾਲਕ ਕੋਈ ਪੈਸਾ ਬਿਜ਼ਨਸ ਨੂੰ ਦਿੰਦਾ ਹੈ ਤਾਂ ਬਿਜ਼ਨਸ ਦੇ ਕੋਲ ਨੋ ਡਾਊਟ ਕਿ ਉਹ ਕੈਸ਼ ਆ ਜਾਂਦਾ, ਐਸੈਟ ਆ ਜਾਂਦੀ ਹੈ, ਲੇਕਿਨ ਉਹ ਪੈਸਾ ਬਿਜ਼ਨਸ ਦਾ ਨਹੀਂ ਹੈ, ਬਿਜ਼ਨਸ ਨੇ ਵਾਪਸ ਕਰਨਾ ਹੈ। ਇਸ ਕਰਕੇ ਉਹ ਇੱਕ ਲਾਇਬਿਲਿਟੀ ਖੜੀ ਕਰ ਲੈਂਦਾ, ਜਿਸ ਲਾਇਬਿਲਿਟੀ ਨੂੰ ਅਸੀਂ ਕੀ ਬੋਲਦੇ ਹਾਂ? ਕੈਪੀਟਲ। ਹੁਣ ਇਸੇ ਤਰ੍ਹਾਂ ਅਗਰ ਉਹ ਆਪਣਾ ਪਰਸਨਲ ਕੈਸ਼ ਬਿਜ਼ਨਸ ਦੀ ਲਾਇਬਿਲਿਟੀ ਨੂੰ ਪੇ ਕਰਨ ਦੇ ਲਈ ਵਰਤੇਗਾ, ਤਾਂ ਉਹ ਲਾਇਬਿਲਿਟੀ ਤਾਂ ਹੋ ਜਾਊਗੀ ਖਤਮ ਜਿਹੜੀ ਕਿ ਪੇ ਕੀਤੀ, ਲੇਕਿਨ ਇੱਕ ਨਵੀਂ ਲਾਇਬਿਲਿਟੀ ਖੜੀ ਹੋ ਜਾਊਗੀ। ਕਿਸ ਨਾਮ ਦੇ ਨਾਲ? ਕੈਪੀਟਲ। ਉਹਦੇ ਵਿੱਚ ਆਪਾਂ ਉਸ ਨੂੰ ਐਡ ਕਰਦਾ ਹੈ। ਥਰਡ ਹੈ ਟ੍ਰਾਂਜੈਕਸ਼ਨ ਅਫੈਕਟਿੰਗ ਕੈਪੀਟਲ ਓਨਲੀ। ਜਿਹੜੀਆਂ ਟ੍ਰਾਂਜੈਕਸ਼ਨ ਸਿਰਫ ਔਰ ਸਿਰਫ ਕੈਪੀਟਲ ਨੂੰ ਹਿੱਟ ਕਰਨਗੀਆਂ, ਨਾਲ ਕੋਈ ਹੋਰ ਅਕਾਊਂਟ ਨਹੀਂ ਚੱਲੂਗਾ। ਉਹ ਕਿਹੜਾ ਆਊਗਾ? ਇੰਟਰਸਟ ਔਨ ਕੈਪੀਟਲ ਅਗਰ ਅਸੀਂ ਅਲਾਉ ਕਰਦੇ ਹਾਂ। ਦੇਖੋ ਇੰਟਰਸਟ ਔਨ ਕੈਪੀਟਲ ਕੱਲਾ ਕੈਪੀਟਲ ਨੂੰ ਕਿਵੇਂ ਇਫੈਕਟ ਕਰਦਾ ਹੈ? ਹੁਣ ਕੈਪੀਟਲ ਦੇ ਉੱਪਰ ਵਿਆਜ ਹੈ ਜੋ ਬਿਜ਼ਨਸ ਹਰ ਸਾਲ ਆਪਣੇ ਮਾਲਕ ਨੂੰ ਦਿੰਦਾ ਹੈ, ਪੇ ਨਹੀਂ ਕਰਦਾ, ਕੈਸ਼ 'ਚ ਨਹੀਂ ਅਸੀਂ ਦਿੰਦੇ ਹਮੇਸ਼ਾ, ਕਿਉਂਕਿ ਇਸ ਨੂੰ ਅਸੀਂ ਕੀ ਕਰਦੇ ਹਾਂ? ਅਲਾਉ ਕਰਦੇ ਹਾਂ। ਅਲਾਉ ਦਾ ਮਤਲਬ ਉਹ ਕਦੇ ਵੀ ਕਢਵਾ ਸਕਦਾ ਹੈ, ਉਹਦੀ ਮਰਜ਼ੀ ਹੈ। ਬਿਜ਼ਨਸ ਕੀ ਕਰਦਾ? ਉਹਨੂੰ ਕੈਪੀਟਲ 'ਚ ਐਡ ਕਰ ਦਿੰਦਾ। ਤਾਂ ਜਦੋਂ ਅਸੀਂ ਇਹਨੂੰ ਕੀ ਕਰਨਾ ਹੈ? ਇਹਨੇ ਕੀ ਕੈਪੀਟਲ ਦੇ ਵਿੱਚ ਜਾ ਕੇ
ਐਡ ਹੋ ਜਾਣਾ ਕਿ ਬਿਜ਼ਨਸਮੈਨ ਇੰਨਾ ਪੈਸਾ ਹੋਰ ਕਢਵਾ ਸਕਦਾ ਹੈ, ਕੈਪੀਟਲ ਵੱਧ ਗਈ ਉਹਦੀ। ਦੂਜੇ ਪਾਸੇ ਕੀ ਹੈ ਕਿ ਇਹੀ ਇੰਟਰਸਟ ਬਿਜ਼ਨਸ ਦੇ ਲਈ ਕੀ ਬਣ ਜਾਂਦਾ, ਇੱਕ ਖਰਚਾ ਬਣ ਜਾਂਦਾ ਹੈ। ਹੁਣ ਇਹ ਐਕਸਪੈਂਸ ਮੈਂ ਕੀ ਸਮਝਾਇਆ ਸੀ, ਐਕਸਪੈਂਸ ਮਾਈਨਸ ਇਨਕਮ, ਇਨਕਮ ਕੀ ਹੈ ਇਹਦੇ ਅਗੇਂਸਟ, ਜ਼ੀਰੋ, ਤਾਂ ਸਾਰਾ ਐਕਸਪੈਂਸ ਕੀ ਬਣ ਗਿਆ, ਲਾਸ। ਲਾਸ ਅਸੀਂ ਕਿਸ ਨੂੰ ਦੇਣਾ, ਉਹ ਵੀ ਉਠਾ ਕੇ ਮਾਲਕ ਨੂੰ ਦੇਣਾ, ਤਾਂ ਕੀ ਕਰਾਂਗੇ, ਇਸ ਨੂੰ ਮਾਈਨਸ ਕਰ ਦਾਂਗੇ। ਮਤਲਬ ਕੀ ਹੋਇਆ, ਇੱਕ ਵਾਰ ਇਹ ਇੰਟਰਸਟ ਔਨ ਕੈਪੀਟਲ ਜਾ ਕੇ ਕੈਪੀਟਲ 'ਚ ਜੁੜਿਆ ਕਿਉਂਕਿ ਮਾਲਕ ਨੂੰ ਦੇਣਾ ਹੈ। ਦੂਜੇ ਪਾਸੇ ਇਹ ਬਿਜ਼ਨਸ ਦਾ ਖਰਚਾ ਹੈ, ਉਹ ਖਰਚਾ ਲਾਸ ਬਣ ਗਿਆ, ਉਹੀ ਲਾਸ ਜਾ ਕੇ ਕੈਪੀਟਲ 'ਚੋਂ ਮਾਈਨਸ ਹੋ ਗਿਆ। ਇਸੇ ਕਰਕੇ ਇਹ ਟ੍ਰਾਂਜੈਕਸ਼ਨ ਜਿਹੜੀ ਹੈ ਇੱਕ ਵਾਰ ਕੈਪੀਟਲ 'ਚ ਜੁੜੂਗੀ, ਇੱਕ ਵਾਰ ਕੈਪੀਟਲ 'ਚੋਂ ਮਾਈਨਸ ਹੋਊਗੀ। ਸੋ ਇਹ ਟ੍ਰਾਂਜੈਕਸ਼ਨ ਹੋਗੀ ਜਿਸ ਨੇ ਸਿਰਫ ਇੱਕ ਐਲੀਮੈਂਟ ਨੂੰ ਅਫੈਕਟ ਕੀਤਾ, ਕਿਹੜਾ, ਕੈਪੀਟਲ। ਨਾਲ ਦੂਸਰਾ ਕੀ ਹੈ, ਇੰਟਰਸਟ ਔਨ ਡਰਾਇੰਗ, ਜੋ ਕਿ ਚਾਰਜ ਕੀਤਾ ਜਾਂਦਾ ਹੈ। ਡਰਾਇੰਗਸ ਕੀ ਸੀ, ਜਿਹੜੀ ਅਮਾਊਂਟ ਪਰਸਨਲ ਯੂਜ਼ ਦੇ ਲਈ ਵਿਡਰਾ ਕੀਤਾ ਜਾਂਦਾ ਹੈ ਮਾਲਕ ਦੁਆਰਾ, ਉਸ ਨੂੰ ਅਸੀਂ ਡਰਾਇੰਗ ਕਹਿ ਦਿੰਦੇ ਹਾਂ। ਹੁਣ ਜੇਕਰ ਉਹਨੇ ਪੈਸਾ ਬਿਜ਼ਨਸ 'ਚ ਲਗਾਇਆ ਸੀ ਜਿਹਨੂੰ ਕੈਪੀਟਲ ਬੋਲਿਆ, ਉਹਦੇ ਉੱਪਰ ਅਗਰ ਉਹ ਬਿਜ਼ਨਸ ਤੋਂ ਇੰਟਰਸਟ ਲਊਗਾ ਤਾਂ ਜੋ ਡਰਾਇੰਗਸ ਉਹਨੇ ਬਿਜ਼ਨਸ 'ਚੋਂ ਵਿਡਰਾ ਕੀਤੀ, ਕਿਆ ਉਹਦੇ ਉੱਪਰ ਉਹ ਬਿਜ਼ਨਸ ਨੂੰ ਇੰਟਰਸਟ ਨਹੀਂ ਦੇਗਾ, ਬਣਦਾ ਦੇਣਾ। ਕਿਉਂ, ਕਿਉਂਕਿ ਦੋਨੋਂ ਸੈਪਰੇਟ ਪਰਸਨ ਨੇ। ਇਸ ਕਰਕੇ ਜੇਕਰ ਇੱਕ ਪਰਸਨ ਨੂੰ ਆਪਾਂ ਉਧਾਰ ਪੈਸਾ ਦਿੰਨੇ ਆ, ਉਹ ਤੋਂ ਆਪਾਂ ਅਗਰ ਵਿਆਜ ਲੈਂਦੇ ਹਾਂ ਉਸ ਪੈਸੇ ਦੇ ਉੱਪਰ, ਤਾਂ ਜੇਕਰ ਅਸੀਂ ਉਸ ਤੋਂ ਕੁਝ ਪੈਸਾ ਲੈ ਲਿਆ ਤਾਂ ਅਸੀਂ ਉਸ ਦੇ ਉੱਪਰ ਵਿਆਜ ਦੇਵਾਂਗੇ ਕਿ ਨਹੀਂ ਦੇਵਾਂਗੇ, ਬਣਦਾ। ਠੀਕ ਹੈ ਜੀ। ਸੋ ਹੁਣ ਡਰਾਇੰਗ ਦੇ ਉੱਪਰ ਜੋ ਇੰਟਰਸਟ ਬਿਜ਼ਨਸ ਨੇ ਮਾਲਿਕ ਤੋਂ ਲਿਆ, ਠੀਕ, ਉਹਨੂੰ ਬਿਜ਼ਨਸ ਦੀ ਕੀ ਬਣ ਗਈ, ਉਹ ਇਨਕਮ। ਹੁਣ ਇਨਕਮ ਬਣੀ ਤਾਂ ਉਹ ਪ੍ਰੋਫਿਟ ਬਣ ਗਿਆ, ਪ੍ਰੋਫਿਟ ਜਾ ਕੇ ਕੀ ਹੋ ਗਿਆ, ਕੈਪੀਟਲ 'ਚ ਪਲੱਸ ਹੋ ਗਿਆ। ਦੂਸਰੇ ਪਾਸੇ ਕੈਸ਼ ਦੇ ਵਿੱਚ ਇਹ ਮਾਲਕ ਤੋਂ ਆਪਾਂ ਨੂੰ ਨਹੀਂ ਮਿਲੂਗਾ, ਕਿਉਂ, ਕਿਉਂਕਿ ਇੰਟਰਸਟ ਔਨ ਕੈਪੀਟਲ ਕਿਹੜਾ ਅਸੀਂ ਕੈਸ਼ 'ਚ ਪੇ ਕਰਦੇ ਹਾਂ, ਇਹ ਵੀ ਅਸੀਂ ਕੀ ਕਰਨਾ ਹੁੰਦਾ ਹੈ, ਉਹਦੀ ਕੈਪੀਟਲ 'ਚੋਂ ਮਾਈਨਸ ਕਰ ਦੇਣਾ ਹੁੰਦਾ ਹੈ। ਕਿਆ ਵੀ ਇੰਨਾ ਇੰਟਰਸਟ ਬਣਦਾ ਸੀ ਤੇਰਾ, ਇਹ ਅਸੀਂ ਤੇਰੀ ਕੈਪੀਟਲ 'ਚੋਂ ਕੱਟ ਲਿਆ, ਮਤਲਬ ਇੱਕ ਪਾਸੇ ਅਸੀਂ ਕੈਪੀਟਲ 'ਚੋਂ ਮਾਈਨਸ ਕਰ ਦਿੰਦੇ ਹਾਂ। ਇਸ ਕਰਕੇ ਕਨਸੈਪਟ ਬਣਿਆ ਕਿ ਇੰਟਰਸਟ ਔਨ ਡਰਾਇੰਗ ਇੱਕ ਵਾਰ ਕੈਪੀਟਲ ਦੇ ਵਿੱਚ ਜੁੜੂਗਾ, ਇਨਕਮ ਬਣ ਕੇ, ਪ੍ਰੋਫਿਟ ਬਣ ਕੇ, ਦੂਸਰੇ ਪਾਸੇ ਕੈਪੀਟਲ 'ਚੋਂ ਮਾਈਨਸ ਹੋਏਗਾ ਕਿਉਂਕਿ ਇਹ ਅਸੀਂ ਮਾਲਕ ਤੋਂ ਚਾਰਜ ਕਰਨਾ ਹੈ, ਉਸ ਤੋਂ ਅਸੀਂ ਲੈਣਾ ਹੈ। ਠੀਕ ਹੈ ਜੀ। ਸੋ ਇਹ ਟ੍ਰਾਂਜੈਕਸ਼ਨਸ ਨੇ ਜਿਹੜੀਆਂ ਕਿ ਆਪਾਂ ਨੂੰ ਸਿੰਗਲ ਐਲੀਮੈਂਟ ਨੂੰ ਇਫੈਕਟ ਕਰਦੀਆਂ ਨੇ। ਨੈਕਸਟ ਦੇਖਦੇ ਹਾਂ, ਟ੍ਰਾਂਜੈਕਸ਼ਨਸ ਅਫੈਕਟਿੰਗ ਟੂ ਐਲੀਮੈਂਟਸ, ਜਿਹੜੀਆਂ ਕਿ ਦੋ ਐਲੀਮੈਂਟ ਨੂੰ ਇਫੈਕਟ ਕਰਨਗੀਆਂ। ਉਹ ਕਿਹੜੀਆਂ ਕਿਹੜੀਆਂ ਹੋ ਸਕਦੀਆਂ, ਐਸੈਟਸ ਤੇ ਲਾਇਬਿਲਿਟੀਜ਼ ਨੂੰ ਸਿਮਿਲਰ ਇਫੈਕਟ ਕਰਨਗੀਆਂ, ਜਿਹਦੇ ਵਿੱਚ ਇਨਕਰੀਜ਼ ਹੋਊਗਾ ਐਸੈਟ ਦੇ ਨਾਲ ਤੇ ਨਾਲ ਦੀ ਨਾਲ ਇਨਕਰੀਜ਼ ਹੋਊਗੀ ਲਾਇਬਿਲਿਟੀ। ਤੁਸੀਂ ਉਹੀ ਐਸੈਟ ਜਿਹੜੀ ਅਸੀਂ ਪਹਿਲਾਂ ਕੈਸ਼ ਤੇ ਖਰੀਦੀ ਸੀ ਹੁਣ ਉਧਾਰ ਤੇ ਖਰੀਦ ਲਓ, ਕੀ ਹੋਊਗਾ, ਇੱਕ ਪਾਸੇ ਐਸੈਟ ਵੱਧ ਗਈ ਤੁਹਾਡੇ ਕੋਲ ਔਰ ਦੂਸਰੇ ਪਾਸੇ ਕੀ ਹੋ ਗਿਆ, ਉਨੀ ਅਮਾਊਂਟ ਦੇ ਨਾਲ ਲਾਇਬਿਲਿਟੀ ਵੱਧ ਜਾਣੀ ਹੈ ਕਿਉਂਕਿ ਅਸੀਂ ਪੈਸਾ ਦੇ ਕੇ ਨਹੀਂ ਆਏ, ਅਸੀਂ ਇਨ ਫਿਊਚਰ ਪੈਸਾ ਦੇਣਾ ਹੈ। ਜਾਂ ਕੀ ਹੋਊਗਾ, ਡਿਕਰੀਜ਼ ਇਨ ਲਾਇਬਿਲਿਟੀ ਹੋਊਗੀ, ਉਹਦੇ ਨਾਲ ਡਿਕਰੀਜ਼ ਇਨ ਐਸੈਟਸ ਵੀ ਹੋਊਗਾ। ਹੁਣ ਤੁਸੀਂ ਉਹੀ ਲਾਇਬਿਲਿਟੀ ਜਿਹੜੀ ਖੜੀ ਹੋਈ ਸੀ ਇੱਥੇ ਆਪਣੇ ਕੋਲ, ਇਹਨੂੰ ਤੁਸੀਂ ਪੇ ਕਰ ਦਿਓ, ਪੇ ਕਰਾਂਗੇ ਤਾਂ ਕੀ ਕਰਾਂਗੇ, ਲਾਇਬਿਲਿਟੀ ਖਤਮ ਹੋ ਜਾਊਗੀ, ਨਾਲ ਸਾਡੇ ਕੋਲ ਕੈਸ਼ ਖੜਾ ਸੀ ਉਹ ਵੀ ਮਾਈਨਸ ਹੋ ਗਿਆ, ਲਾਇਬਿਲਿਟੀ ਘਟ ਗਈ, ਕੈਸ਼ ਘਟ ਗਿਆ, ਇੱਕ ਪਾਸੇ ਲਾਇਬਿਲਿਟੀ ਇੱਕ ਪਾਸੇ ਐਸੈਟ, ਦੋਨੋਂ ਘਟ ਗਏ। ਠੀਕ ਹੈ ਜੀ। ਨੈਕਸਟ ਆ ਗਿਆ ਟ੍ਰਾਂਜੈਕਸ਼ਨਸ ਅਫੈਕਟਿੰਗ ਐਸੈਟਸ ਐਂਡ ਕੈਪੀਟਲ। ਹੁਣ ਕੁਝ ਟ੍ਰਾਂਜੈਕਸ਼ਨ ਐਸੀਆਂ ਨੇ ਜਿਹੜੀਆਂ ਕਿ ਐਸੈਟ ਨੂੰ ਤੇ ਕੈਪੀਟਲ ਨੂੰ ਇਫੈਕਟ ਕਰਨਗੀਆਂ। ਹੁਣ ਕਿਵੇਂ ਆ, ਕੈਪੀਟਲ ਇਨਵੈਸਟਮੈਂਟ ਇਨ ਕੈਸ਼ ਔਰ ਇਨ ਕਾਈਂਡ। ਅਗਰ ਜਿਹੜਾ ਮਾਲਿਕ ਹੈ ਉਹ ਅਗਰ ਕੈਸ਼ ਬਿਜ਼ਨਸ 'ਚ ਇਨਵੈਸਟ ਕਰਦਾ ਹੈ ਤਾਂ ਕੀ ਹੋਊਗਾ, ਬਿਜ਼ਨਸ ਕੋਲ ਕੈਸ਼ ਆ ਜਾਂਦਾ ਹੈ, ਮਤਲਬ ਕਿ ਐਸੈਟ ਪਲੱਸ ਹੋ ਗਈ, ਉਹ ਪੈਸਾ ਬਿਜ਼ਨਸ ਦਾ ਆਪਣਾ ਨਹੀਂ ਹੈ, ਉਹ ਮਾਲਿਕ ਦਾ ਹੈ, ਤਾਂ ਇੱਕ ਪਾਸੇ ਲਾਇਬਿਲਿਟੀ ਖੜੀ ਹੋ ਗਈ ਕਿਸ ਨਾਮ ਨਾਲ, ਕੈਪੀਟਲ ਨਾਲ, ਮਤਲਬ ਇੱਕ ਪਾਸੇ ਐਸੈਟ ਵੱਧ ਗਈ, ਦੂਸਰੇ ਪਾਸੇ ਕੈਪੀਟਲ ਵੱਧ ਗਈ। ਕੈਸ਼ ਔਰ ਅਦਰ ਐਸੈਟ ਵਿਡਰੋਲ ਫॉर ਪਰਸਨਲ ਯੂਜ਼, ਅਗਰ ਉਹੀ ਮਾਲਿਕ ਇਸ ਨੂੰ ਆਪਣੀ ਪਰਸਨਲ ਯੂਜ਼ ਦੇ ਲਈ ਕਢਾ ਲੈਂਦਾ ਹੈ ਤਾਂ ਕੀ ਹੋਊਗਾ, ਦੇਖੋ ਐਸੈਟ ਵੀ ਮਾਈਨਸ ਹੋ ਗਈ, ਦੂਸਰੇ ਪਾਸੇ ਡਰਾਇੰਗ ਹੈ, ਇਹ ਵੀ ਅਸੀਂ ਮਾਲਕ ਤੋਂ ਹੀ ਚਾਰਜ ਕਰਨੀ ਹੈ, ਉਹਦੀ ਕੈਪੀਟਲ ਨੂੰ ਵੀ ਘਟਾ ਦਾਂਗੇ ਉਨੀ ਅਮਾਊਂਟ ਨਾਲ। ਕਲੀਅਰ। ਤੀਸਰਾ ਹੈ ਐਸੈਟਸ ਡਿਸਟਰੋਇਡ ਔਰ ਸਟੋਲਨ। ਦੇਖੋ ਐਸੈਟ ਡਿਸਟਰੋਏ ਹੋ ਗਈ, ਚੋਰੀ ਹੋ ਗਈ, ਜਾਂ ਕੋਈ ਹੋਰ ਤਰ੍ਹਾਂ ਦਾ ਕਿਸੇ ਤਰ੍ਹਾਂ ਦਾ ਲਾਸ ਹੋ ਗਿਆ, ਲਾਸ ਤਾਂ ਅਸੀਂ ਮਾਲਕ ਨੂੰ ਹੀ ਪਾਉਣੇ ਆ ਸਾਰੇ। ਹੁਣ ਐਸੈਟ ਦਾ ਡਿਸਟਰੋਏ ਹੋਣਾ ਇਹ ਵੀ ਇੱਕ ਲਾਸ ਹੈ, ਚੋਰੀ ਹੋ ਜਾਣਾ ਜੇ ਤਾਂ ਉਹ ਬਰਾਮਦ ਹੋ ਗਈ ਤਾਂ ਠੀਕ, ਨਹੀਂ ਤਾਂ ਇਹ ਵੀ ਇੱਕ ਲਾਸ ਹੈ। ਤਾਂ ਸਾਰੇ ਲਾਸ ਉਠਾ ਕੇ ਅਸੀਂ ਕੈਪੀਟਲ ਦੇ ਵਿੱਚੋਂ
ਮਾਈਨਸ ਕਰ ਦਿੰਦੇ ਆ। ਦੂਸਰੇ ਪਾਸੇ ਉਹ ਜਿਹੜੀ ਐਸੈਟ ਆਪਣੀ ਡਿਸਟਰੋਏ ਹੋਈ ਹੈ, ਚੋਰੀ ਹੋਈ ਹੈ ਜਾਂ ਹੋਰ ਤਰੀਕੇ ਨਾਲ ਕੋਈ ਲਾਸ ਹੋ ਗਿਆ, ਉਸ ਤਰੀਕੇ ਦੀ ਅਸੀਂ ਐਸੈਟ ਨੂੰ ਮਾਈਨਸ ਕਰ ਦੇਣਾ। ਐਕਸਪੈਂਸਿਸ ਪੇਡ, ਇਨਕਮ ਅਰਨਡ ਐਂਡ ਰਿਸੀਵਡ। ਹੁਣ ਜੇਕਰ ਦੇਖੋ ਖਰਚਾ ਸੀ ਅਸੀਂ ਪੇ ਕਰ ਦਿੱਤਾ, ਤਾਂ ਇੱਕ ਪਾਸੇ ਪੇ ਕਰਨ ਦੇ ਨਾਲ ਕੀ ਹੋਇਆ, ਸਾਡੇ ਕੋਲ ਜਿਹੜੀ ਕੈਸ਼ ਨਾਮ ਦੀ ਐਸੈਟ ਸੀ ਉਹ ਮਾਈਨਸ ਹੋ ਗਈ। ਦੂਸਰੇ ਪਾਸੇ ਸਾਡੇ ਕੋਲ ਕੀ ਹੈ, ਖਰਚਾ। ਖਰਚਾ ਕੀ ਹੈ, ਇਨਕਮ ਜ਼ੀਰੋ ਹੈ ਇਹਦੇ ਅਗੇਂਸਟ, ਤਾਂ ਖਰਚਾ ਇਜ਼ ਇਕੁਅਲ ਟੂ ਲਾਸ। ਉਹਦੇ ਨਾਲ ਕੀ ਹੈ, ਜੋ ਸਾਡੇ ਕੋਲ ਕੈਪੀਟਲ ਪਈ ਹੈ ਉਹ ਵੀ ਮਾਈਨਸ ਹੋ ਜਾਏਗੀ। ਇਨਕਮ ਅਰਨ ਕੀਤੀ, ਨਾਲ ਦੀ ਨਾਲ ਰਿਸੀਵ ਹੋ ਗਈ। ਜਦੋਂ ਰਿਸੀਵ ਹੋਈ ਤਾਂ ਕੈਸ਼ ਪਲੱਸ ਹੋ ਗਿਆ, ਔਰ ਕਿ ਉਹ ਸਾਰੀ ਦੀ ਸਾਰੀ ਇਨਕਮ ਸਾਡਾ ਪ੍ਰੋਫਿਟ ਬਣ ਗਈ, ਤਾਂ ਉਹ ਪ੍ਰੋਫਿਟ ਜਾ ਕੇ ਅਲਟੀਮੇਟਲੀ ਕੈਪੀਟਲ 'ਚ ਜੁੜ ਜਾਏਗਾ। ਸੋ ਉਹਦੇ ਨਾਲ ਕੈਪੀਟਲ ਪਲੱਸ ਹੋ ਜਾਏਗੀ। ਸੋ ਇਹ ਉਹ ਟ੍ਰਾਂਜੈਕਸ਼ਨਸ ਨੇ ਜਿਹਦੇ ਨਾਲ ਐਸੈਟਸ ਤੇ ਕੈਪੀਟਲ ਦੋਨੋਂ ਸਾਈਮਲਟੇਨੀਅਸਲੀ ਇਫੈਕਟ ਹੋਣਗੇ। ਤੀਸਰਾ ਹੈ ਟ੍ਰਾਂਜੈਕਸ਼ਨਸ ਅਫੈਕਟਿੰਗ ਲਾਇਬਿਲਿਟੀ ਐਂਡ ਕੈਪੀਟਲ। ਹੁਣ ਕਿਹੜੀਆਂ ਟ੍ਰਾਂਜੈਕਸ਼ਨਸ ਨੇ ਜਿਨ੍ਹਾਂ ਦੇ ਨਾਲ ਲਾਇਬਿਲਿਟੀਜ਼ ਤੇ ਕੈਪੀਟਲ ਦੋਨੋਂ ਇਫੈਕਟ ਹੋਣਗੇ। ਪੇਡ ਲਾਇਬਿਲਿਟੀ ਆਫ ਦਾ ਬਿਜ਼ਨਸ ਬਾਏ ਓਨਰ। ਮੈਂ ਕਿਹਾ ਸੀ ਅਗਰ ਲਾਇਬਿਲਿਟੀ ਮਾਲਿਕ ਆਪਣੀ ਪਾਕਟ ਦੇ ਵਿੱਚੋਂ ਪੇ ਕਰ ਦਿੰਦਾ ਤਾਂ ਉਹਦੇ ਨਾਲ ਕੀ ਹੋਇਆ, ਉਹ ਪੈਸਾ ਪਹਿਲਾਂ ਬਿਜ਼ਨਸ ਨੇ ਆਊਟਸਾਈਡ ਪੇ ਕਰਨਾ ਸੀ, ਹੁਣ ਉਹੀ ਪੈਸਾ ਬਿਜ਼ਨਸ ਕਿਹਨੂੰ ਪੇ ਕਰ ਦੂਗਾ, ਆਪਣੇ ਮਾਲਕ ਨੂੰ। ਦੇਖੋ ਤੁਸੀਂ ਦੋ ਜਣੇ ਅਗਰ ਮਾਰਕੀਟ ਦੇ ਵਿੱਚ ਤੁਰੇ ਜਾਂਦੇ ਹੋ, ਤੁਸੀਂ ਕਿਸੇ ਦੁਕਾਨਦਾਰ ਦੇ ਪੈਸੇ ਦੇਣੇ ਆ, ਤਾਂ ਤੁਹਾਡਾ ਫਰੈਂਡ ਉੱਥੇ ਕਹਿ ਦਿੰਦਾ ਵੀ ਠੀਕ ਆ ਕੋਈ ਗੱਲ ਨਹੀਂ ਮੈਂ ਪੇ ਕਰ ਦਿੰਦਾ, ਤੂੰ ਮੈਨੂੰ ਬਾਅਦ 'ਚ ਪੇ ਕਰ ਦੀ। ਤਾਂ ਤੁਸੀਂ ਕੀ ਕਹੋਗੇ ਕਿ ਤੂੰ ਤਾਂ ਮੇਰਾ ਫਰੈਂਡ ਹੈ, ਛੱਡ ਤੂੰ ਪੇ ਕਰ ਦਿੱਤਾ, ਠੀਕ ਹੈ ਮੈਂ ਤੈਨੂੰ ਨਹੀਂ ਦਿੰਦਾ। ਆਪਾਂ ਇਹ ਤਾਂ ਨਹੀਂ ਕਹਿ ਸਕਦੇ ਨਾ। ਹੁਣ ਮਾਲਿਕ ਨੇ ਬਿਜ਼ਨਸ ਦੇ ਬਿਹਾਫ ਦੇ ਉੱਪਰ ਉਹ ਲਾਇਬਿਲਿਟੀ ਪੇ ਕਰ ਦਿੱਤੀ, ਤਾਂ ਬਿਜ਼ਨਸ ਦੀ ਇਹ ਰਿਸਪੌਂਸਿਬਿਲਿਟੀ ਬਣਦੀ ਹੈ ਕਿ ਉਹ ਲਾਇਬਿਲਿਟੀ ਦਾ ਪੈਸਾ ਉਹ ਆਪਣੇ ਮਾਲਿਕ ਨੂੰ ਪੇ ਕਰੇ। ਇਸ ਕਰਕੇ ਕੀ ਹੋਇਆ, ਉਹ ਲਾਇਬਿਲਿਟੀ ਘਟੀ, ਕੈਪੀਟਲ ਵੱਧ ਗਈ। ਦੂਸਰੇ ਪਾਸੇ ਕੀ ਹੋਇਆ, ਐਕਸਪੈਂਸ ਆਊਟਸਟੈਂਡਿੰਗ। ਆਊਟਸਟੈਂਡਿੰਗ ਦਾ ਕੀ ਮਤਲਬ ਹੈ, ਡਿਊ ਹੋ ਗਏ ਬਟ ਅਸੀਂ ਹਜੇ ਪੇ ਨਹੀਂ ਕੀਤੇ। ਐਂਡ ਇਨਕਮ ਰਿਸੀਵਡ ਇਨ ਐਡਵਾਂਸ। ਹੁਣ ਦੇਖੋ ਇਹਨਾਂ ਦੇ ਨਾਲ ਕੀ ਇਫੈਕਟ ਪਿਆ, ਐਕਸਪੈਂਸਿਸ ਆਊਟਸਟੈਂਡਿੰਗ। ਆਊਟਸਟੈਂਡਿੰਗ ਆ ਮਤਲਬ ਅਸੀਂ ਹਜੇ ਪੇ ਨਹੀਂ ਕੀਤੇ, ਸਾਡੀ ਲਾਇਬਿਲਿਟੀ ਖੜੀ ਹੋ ਗਈ। ਇਟ ਮੀਨਸ ਲਾਇਬਿਲਿਟੀ ਪਲੱਸ ਹੋ ਜਾਣੀ ਹੈ। ਦੂਸਰੇ ਪਾਸੇ ਐਕਸਪੈਂਸ ਹੈ, ਦੇਖੋ ਹੁਣ ਅਕਰੂਅਲ ਕਨਸੈਪਟ ਕੀ ਕਹਿੰਦਾ ਸੀ, ਖਰਚਾ ਹੈ ਡਿਊ ਹੋ ਗਿਆ, ਚਾਹੇ ਪੇ ਕੀਤਾ ਨਹੀਂ ਕੀਤਾ ਖਰਚਾ ਤਾਂ ਮੰਨਣਾ ਪਊਗਾ, ਰਿਕਾਰਡ ਤਾਂ ਹੋਊਗਾ। ਹੁਣ ਅਗਰ ਖਰਚਾ ਰਿਕਾਰਡ ਕਰਾਂਗੇ, ਇਨਕਮ ਜ਼ੀਰੋ ਹੈ ਤਾਂ ਉਹਨੂੰ ਟ੍ਰੀਟ ਕੀ ਕੀਤਾ ਜਾਊਗਾ, ਲਾਸ। ਤਾਂ ਲਾਸ ਕਿਸ ਨੂੰ ਦੇਣੇ ਆ, ਸਾਰੇ ਉਠਾ ਕੇ ਮਾਲਕ ਨੂੰ। ਤਾਂ ਕੀ ਕਰਾਂਗੇ, ਉਸ ਦੀ ਕੈਪੀਟਲ ਨੂੰ ਮਾਈਨਸ ਕਰ ਦਾਂਗੇ। ਕੈਪੀਟਲ ਮਾਈਨਸ ਹੋ ਗਈ, ਲਾਇਬਿਲਿਟੀ ਇਨਕਰੀਜ਼ ਕਰ ਗਈ। ਹੁਣ ਇੱਥੇ ਉਹ ਪੰਜਾਬੀ ਕਹਾਵਤ ਬੋਲਦੇ ਹੁੰਦੇ ਆ ਨਾ ਕਿ ਬੁੜੀ ਮਰੀ ਕੁੜੀ ਜੰਮੀ ਟੱਬਰ ਓਡੇ ਦਾ ਓਡਾ। ਮਤਲਬ ਗੱਲ ਕੀ ਹੋਈ, ਇੱਥੇ ਦੇਖੋ ਕੈਪੀਟਲ ਮਾਈਨਸ ਹੋ ਰਹੀ ਹੈ, ਦੂਸਰੇ ਪਾਸੇ ਉਹੀ ਅਮਾਊਂਟ ਦੇ ਨਾਲ ਲਾਇਬਿਲਿਟੀ ਇਨਕਰੀਜ਼ ਕਰ ਰਹੀ ਹੈ। ਸਾਡੀ ਅਕਾਊਂਟਿੰਗ ਇਕੁਏਸ਼ਨ ਬਰਾਬਰ ਹੈ। ਇਨਕਮ ਰਿਸੀਵਡ ਇਨ ਐਡਵਾਂਸ। ਅਗਰ ਅਸੀਂ ਕੋਈ ਐਡਵਾਂਸ 'ਚ ਇਨਕਮ ਰਿਸੀਵ ਕਰ ਲੈਂਦੇ ਹਾਂ, ਹੁਣ ਦੇਖੋ ਇੱਥੇ ਵੀ ਅਸੀਂ ਅਕਾਊਂਟਿੰਗ ਸਟੈਂਡਰਡਸ ਪੜ੍ਹੇ ਆ, ਅਕਾਊਂਟਿੰਗ ਕਨਸੈਪਟਸ ਪੜ੍ਹੇ ਆ, ਜਿਹਦੇ ਵਿੱਚ ਉਹ ਕਹਿੰਦੇ ਆ ਕਿ ਕੋਈ ਵੀ ਐਸੀ ਇਨਕਮ ਰਿਕਾਰਡ ਨਹੀਂ ਹੋਣੀ ਜਿਹੜੀ ਕਿ ਅਸੀਂ ਹਜੇ ਤੱਕ ਅਰਨ ਨਹੀਂ ਕੀਤੀ। ਇਹ ਉਹ ਇਨਕਮ ਹੈ ਜਿਹੜੀ ਸਾਨੂੰ ਐਡਵਾਂਸ 'ਚ ਮਿਲ ਗਈ, ਇਹਨੂੰ ਅਸੀਂ ਅਰਨ ਨਹੀਂ ਕੀਤਾ ਹਜੇ, ਸੋ ਅਸੀਂ ਇਹਨੂੰ ਇਨਕਮ ਬਣਾ ਹੀ ਨਹੀਂ ਸਕਦੇ। ਠੀਕ ਹੈ, ਹੁਣ ਇਹਦੇ ਨਾਲ ਕੀ ਹੋਇਆ, ਸਾਡੀ ਲਾਇਬਿਲਿਟੀ ਖੜੀ ਹੋ ਗਈ। ਹੁਣ ਲਾਇਬਿਲਿਟੀ ਖੜੀ ਹੋਈ ਇਸ ਦੇ ਨਾਲ ਕਿਉਂਕਿ ਉਹ ਪੈਸਾ ਹੋ ਸਕਦਾ ਸਾਨੂੰ ਵਾਪਸ ਕਰਨਾ ਪੈ ਜੇ। ਕਲੀਅਰ। ਨੈਕਸਟ ਹੈ ਟ੍ਰਾਂਜੈਕਸ਼ਨਸ ਅਫੈਕਟਿੰਗ ਆਲ ਦਾ 3 ਐਲੀਮੈਂਟਸ। ਅਗਰ ਕੋਈ ਟ੍ਰਾਂਜੈਕਸ਼ਨ ਐਸੀਆਂ ਨੇ ਜਿਹਦੇ ਨਾਲ ਅਸੀਂ ਤਿੰਨੋਂ ਐਲੀਮੈਂਟ ਜਿਹੜੇ ਆ ਹਿੱਟ ਹੋਣਗੇ, ਉਹ ਕਿਹੜੀਆਂ, ਡਿਕਰੀਜ਼ ਇਨ ਐਸੈਟਸ। ਕਿਸੇ ਟ੍ਰਾਂਜੈਕਸ਼ਨ ਨਾਲ ਐਸੈਟ ਘਟਦੀ ਹੈ, ਲਾਈਕ ਅਸੀਂ ਕੀ ਕੀਤਾ, ਇੱਕ ਮਸ਼ੀਨ ਵੇਚ ਦਿੱਤੀ। ਹੁਣ ਮਸ਼ੀਨ ਦੇ ਵੇਚਣ ਨਾਲ ਕੀ ਹੋਇਆ, ਲਾਸ ਦੇ ਵਿੱਚ ਹੀ ਮੰਨ ਲਓ ਕੈਸ਼ ਆ ਗਿਆ, ਕੈਸ਼ ਪਲੱਸ ਹੋ ਗਿਆ, ਉਹ ਜਿਹੜੀ ਮਸ਼ੀਨ ਵੇਚੀ ਉਹ ਮਾਈਨਸ ਹੋ ਗਈ, ਔਰ ਜੋ ਲਾਸ ਸੀ ਉਸਨੇ ਜਾ ਕੇ ਆਪਣੀ ਕੈਪੀਟਲ ਨੂੰ ਘਟਾ ਦਿੱਤਾ। ਕਲੀਅਰ। ਜਾਂ ਇਸ ਦੇ ਨਾਲ ਅਸੀਂ ਕੀ ਕਹਿ ਸਕਦੇ ਹਾਂ, ਜਿਹਦੇ ਨਾਲ ਇਨਕਰੀਜ਼ ਇਨ ਐਸੈਟਸ ਹੋਊਗਾ, ਲਾਇਬਿਲਿਟੀਆਂ ਵੀ ਵਧਣਗੀਆਂ ਤੇ ਕੈਪੀਟਲ ਵੀ ਵਧੂਗੀ। ਦੇਖੋ ਤਿੰਨੋਂ ਚੀਜ਼ਾਂ ਵਧ ਰਹੀਆਂ ਨੇ, ਤਾਂ ਕਿਵੇਂ ਹੋਊਗਾ, ਰਨਿੰਗ ਬਿਜ਼ਨਸ ਬਾਏ, ਕਿਸੇ ਦਾ ਚੱਲਦਾ ਬਿਜ਼ਨਸ ਖਰੀਦ ਲਓ, ਉਹਦੇ ਨਾਲ ਕੀ ਹੋਇਆ, ਸਾਡੇ ਕੋਲ ਐਸੈਟਸ ਵੀ ਆ ਗਈਆਂ, ਅਸੀਂ ਉਹਦੀਆਂ ਲਾਇਬਿਲਿਟੀਜ਼ ਵੀ ਟੇਕ ਓਵਰ ਕਰ ਲਈਆਂ, ਤੇ ਅਸੀਂ ਉਹਨੂੰ ਪੈਸਾ ਜਿਹੜਾ ਦਿੱਤਾ ਉਹ ਸਾਰਾ ਉਠਾ ਕੇ ਕਿੱਧਰ ਮਾਰਨਾ ਸੀ, ਕੈਪੀਟਲ 'ਚ, ਕਿਉਂਕਿ ਮਾਲਕ ਨੇ ਖਰੀਦਿਆ ਉਹ ਬਿਜ਼ਨਸ।
ਤਾਂ ਪੈਸਾ ਕਿਹਨੇ ਪੇ ਕੀਤਾ, ਮਾਲਕ ਨੇ ਕੀਤਾ, ਉਹ ਸਾਰਾ ਸਾਰਾ ਅਸੀਂ ਕੈਪੀਟਲ ਛੱਡ ਦੇਣਾ। ਤਾਂ ਤਿੰਨੋਂ ਚੀਜ਼ਾਂ ਸਾਡੇ ਕੋਲ ਇੱਥੇ ਵੱਧ ਗਈਆਂ। ਐਸੈਟਸ ਜਿਹੜੀਆਂ ਸੀ ਉਸ ਤੋਂ ਚੱਕੀਆਂ, ਲਾਇਬਿਲਿਟੀਜ਼ ਜਿਹੜੀਆਂ ਸੀ ਉਸ ਤੋਂ ਚੱਕੀਆਂ, ਤੀਜਾ ਕੀ, ਕੈਪੀਟਲ, ਜਿਹੜੀ ਕਿ ਉਹਨੂੰ ਟੋਟਲ ਅਸੀਂ ਪੇਮੈਂਟ ਕੀਤੀ। ਜਾਂ ਡਿਕਰੀਜ਼ ਇਨ ਐਸੈਟਸ, ਲਾਇਬਿਲਿਟੀ ਵੀ ਨਾਲ ਘਟੂਗੀ ਤੇ ਕੈਪੀਟਲ ਵੀ ਨਾਲ ਘਟੂਗੀ। ਜਿਵੇਂ ਅਸੀਂ ਕੋਈ ਪੇਮੈਂਟ ਕਰ ਦਿੱਤੀ ਵਿਦ ਡਿਸਕਾਊਂਟ ਕੀਤੀ। ਹੁਣ ਦੇਖੋ ਇੱਥੇ ਤਿੰਨੋਂ ਚੀਜ਼ਾਂ ਇਫੈਕਟ ਹੋ ਰਹੀਆਂ ਨੇ ਸਾਡੀਆਂ। ਅਸੀਂ ਕੋਈ ਲਾਇਬਿਲਿਟੀ 10,000 ਰੁਪਏ ਕਿਸੇ ਨੂੰ ਪੇ ਕਰਨਾ ਸੀ, ਅਸੀਂ ਉਹ ਪੇਮੈਂਟ ਕਿਵੇਂ ਕੀਤੀ, 9500 ਰੁਪਇਆ ਪੇ ਕਰਕੇ ਰਫਾ ਦਫਾ ਕਰਤਾ ਸਾਰਾ ਕੇਸ ਔਰ ਸਾਰਾ ਕਲੋਜ਼ ਕਰ ਲਿਆ ਅਕਾਊਂਟ। 500 ਰੁਪਇਆ ਅਸੀਂ ਡਿਸਕਾਊਂਟ ਕਮਾ ਲਿਆ ਇੱਥੇ। ਹੁਣ ਦੇਖੋ ਕੀ ਹੋਇਆ, ਐਸੈਟ ਘਟੀ, 9500 ਰੁਪਇਆ ਕੈਸ਼ ਗਿਆ ਸਾਡੇ ਕੋਲੋਂ, ਤਾਂ ਐਸੈਟ ਘਟ ਗਈ, ਲਾਇਬਿਲਿਟੀ ਘਟ ਗਈ, ਕਿਉਂਕਿ 10 ਦਾ 10,000 ਜਿਹੜੀ ਲਾਇਬਿਲਿਟੀ ਖੜੀ ਸੀ ਉਹ ਖਤਮ ਹੋ ਗਈ। ਹੁਣ ਅਸੀਂ ਉਸ ਨੂੰ ਕੁਝ ਨਹੀਂ ਪੇ ਕਰਨਾ। 500 ਰੁਪਇਆ ਜਿਹੜਾ ਅਸੀਂ ਵਿੱਚੋਂ ਆਪਣਾ ਡਿਸਕਾਊਂਟ ਅਰਨ ਕੀਤਾ, ਕਮਾਇਆ, ਉਹ ਸਾਡੇ ਲਈ ਕੀ ਬਣ ਗਿਆ, ਗੇਨ ਬਣ ਗਿਆ। ਉਹਨੇ ਜਾ ਕੇ ਕੈਪੀਟਲ ਨੂੰ ਪਲੱਸ ਕਰ ਦੇਣਾ। ਇੱਕ ਪਾਸੇ ਐਸੈਟ ਦਾ ਘਟਣਾ, ਦੂਜੇ ਪਾਸੇ ਲਾਇਬਿਲਿਟੀ ਦਾ ਘਟਣਾ, ਕੈਪੀਟਲ ਦਾ ਪਲੱਸ ਹੋਣਾ ਜਾਂ ਕੈਪੀਟਲ ਦਾ ਵੀ ਘਟਣਾ, ਵਟਐਵਰ। ਕਈ ਤਰੀਕੇ ਨਾਲ ਇਸ ਤਰ੍ਹਾਂ ਦੀ ਟ੍ਰਾਂਜੈਕਸ਼ਨ ਆ ਸਕਦੀਆਂ। ਇਹ ਤੀਸਰੀ ਲੈਵਲ ਸੀ ਇਹਦਾ ਕਿ ਕੁਝ ਟ੍ਰਾਂਜੈਕਸ਼ਨ ਸਾਡੇ ਤਿੰਨੋਂ ਦੇ ਤਿੰਨੋਂ ਐਲੀਮੈਂਟਸ ਨੂੰ ਅਫੈਕਟ ਕਰ ਸਕਦੀ ਹੈ। ਕਲੀਅਰ। ਹੁਣ ਆਪਾਂ ਇਹਦੀ ਇੱਕ ਐਗਜ਼ਾਮਪਲ ਦੇਖਾਂਗੇ ਕਿ ਕਿਸ ਤਰ੍ਹਾਂ ਅਕਾਊਂਟਿੰਗ ਇਕੁਏਸ਼ਨ ਜਿਹੜੀ ਹੈ ਉਹ ਜਨਰੇਟ ਕੀਤੀ ਜਾਂਦੀ ਹੈ। ਫਸਟ ਟ੍ਰਾਂਜੈਕਸ਼ਨ, ਜਿਵੇਂ ਮੈਂ ਕਿਹਾ ਕਿ ਟ੍ਰਾਂਜੈਕਸ਼ਨ ਨੂੰ ਪੜ੍ਹਨਾ ਸਮਝਣਾ ਬਹੁਤ ਜ਼ਰੂਰੀ ਹੈ। ਅਗਰ ਅਸੀਂ ਟ੍ਰਾਂਜੈਕਸ਼ਨ ਨੂੰ ਨਹੀਂ ਸਮਝ ਪਾਏ, ਇਕੁਏਸ਼ਨ ਨਹੀਂ ਬਣੂਗੀ। ਸਮਝੀਏ ਕਿਵੇਂ ਹੈ। ਸਟਾਰਟ ਬਿਜ਼ਨਸ ਵਿਦ 3 ਲੱਖ। ਹੁਣ ਦੇਖੋ 3 ਲੱਖ ਰੁਪਏ ਦੇ ਅਸੀਂ ਕੈਸ਼ ਦੇ ਨਾਲ ਬਿਜ਼ਨਸ ਨੂੰ ਸਟਾਰਟ ਕੀਤਾ ਤੇ ਨਾਲ 5 ਲੱਖ ਰੁਪਇਆ ਬੈਂਕ ਬੈਲੈਂਸ ਰੱਖਿਆ। 3 ਲੱਖ ਰੁਪਇਆ ਕੈਸ਼, 5 ਲੱਖ ਦਾ ਬੈਂਕ ਬੈਲੈਂਸ। ਹੁਣ ਸੋਚੋ ਇਹਦੇ ਉੱਪਰ ਕੀ ਹੋਇਆ। ਬਿਜ਼ਨਸ ਦੇ ਕੋਲ ਦੋਨੋਂ ਚੀਜ਼ਾਂ ਆਈਆਂ, ਉਹਦੇ ਕੋਲ 2 ਐਸੈਟਸ ਆਈਆਂ। ਕਿਹੜਾ ਕਿਹੜਾ, ਇੱਕ ਪਾਸੇ ਕੈਸ਼ ਐਸੈਟ ਆ ਗਈ ਉਹਦੇ ਕੋਲ, ਦੂਜੇ ਪਾਸੇ ਬੈਂਕ। ਤਾਂ ਉਹਨੇ ਦੋਨੋਂ ਐਸੈਟਸ ਨੂੰ ਪਲੱਸ ਕਰਤਾ। ਦੇਖੋ ਇਕੁਏਸ਼ਨ, ਕੈਸ਼ ਬੈਂਕ ਦੋਨੋਂ ਅਸੀਂ ਇੱਥੇ ਪਲੱਸ ਕਰ ਲਈ। ਪਲੱਸ ਕੀਤੇ ਤਾਂ ਟੋਟਲ ਬਣ ਗਿਆ 8 ਲੱਖ। ਹੁਣ ਇਹ ਪੈਸਾ ਕਿੱਥੋਂ ਆਇਆ, ਮਾਲਿਕ ਨੇ ਲਗਾਇਆ, ਆਪਣੀ ਪਾਕਟ ਚੋਂ ਲਗਾਇਆ ਹੋਊਗਾ, ਬਾਹਰੋਂ ਤਾਂ ਕਿਤੋਂ ਨਹੀਂ ਲਗਾਇਆ, ਨਾ ਲਿਖਿਆ ਹੋਇਆ। ਤਾਂ ਅਸੀਂ ਕਿੱਥੇ ਪਾਵਾਂਗੇ ਸਾਰਾ ਕੁਝ, ਕੈਪੀਟਲ ਦੇ ਵਿੱਚ। ਤਾਂ ਕੈਪੀਟਲ ਵੀ 8 ਲੱਖ ਰੁਪਏ ਦੀ ਆ ਗਈ। 2 ਐਸੈਟਸ ਪਲੱਸ ਹੋਈਆਂ, ਕੈਪੀਟਲ ਪਲੱਸ ਹੋਈ, ਅਕਾਊਂਟਿੰਗ ਇਕੁਏਸ਼ਨ ਬਰਾਬਰ ਹੋ ਗਈ। ਦੋਨਾਂ ਸਾਈਡਾਂ ਦਾ ਟੋਟਲ ਮੈਚ ਕਰਨਾ ਚਾਹੀਦਾ ਆਪਸ 'ਚ। ਨੈਕਸਟ ਟ੍ਰਾਂਜੈਕਸ਼ਨ ਕੀ ਹੈ, ਬੌਟ ਗੁੱਡਸ ਫॉर 10,000। ਗੁੱਡਸ ਦਾ ਮਤਲਬ ਅਸੀਂ ਚੀਜ਼ਾਂ ਖਰੀਦੀਆਂ 10,000 ਦੀਆਂ ਫॉर ਰੀਸੇਲ ਪਰਪਸ ਦੇ ਲਈ, ਲੇਕਿਨ ਖਰੀਦੀਆਂ ਉਧਾਰ ਤੇ। ਕਿਸ ਤੋਂ, ਗਣੇਸ਼ ਟ੍ਰੇਡਰਸ ਤੋਂ। ਉਧਾਰ ਤੇ ਸਮਾਨ ਖਰੀਦਿਆ ਤਾਂ ਸਾਡੀ ਲਾਇਬਿਲਿਟੀ ਖੜੀ ਹੋ ਗਈ। ਗੁੱਡਸ ਖਰੀਦ ਲੀਆਂ ਤਾਂ ਸਾਡੇ ਕੋਲ ਕੀ ਪਲੱਸ ਹੋ ਗਿਆ, ਸਟਾਕ ਪਲੱਸ ਹੋ ਗਿਆ। ਤਾਂ ਸਾਡੀ ਐਸੈਟ ਸਾਈਡ ਦੇ ਉੱਪਰ ਕੀ ਹੈ, ਸਟਾਕ ਪਲੱਸ ਹੋ ਗਿਆ 10,000 ਦਾ। ਸਾਡੇ ਕੋਲ ਪਹਿਲਾਂ ਕੀ ਚੀਜ਼ਾਂ ਪਈਆਂ ਸੀ, ਕੈਸ਼ ਐਜ਼ ਇਟ ਇਜ਼ ਪਿਆ, ਬੈਂਕ ਬੈਲੈਂਸ ਐਜ਼ ਇਟ ਇਜ਼ ਪਿਆ, ਸਟਾਕ ਇਹਦੇ ਨਾਲ ਪਲੱਸ ਹੋ ਗਿਆ। ਸਾਡੀ ਅਕਾਊਂਟਿੰਗ ਇਕੁਏਸ਼ਨ ਦਾ ਟੋਟਲ ਕੀ ਬਣ ਗਿਆ, 8,10,000 ਹੋ ਗਿਆ। ਔਰ ਦੂਸਰੇ ਪਾਸੇ ਸਾਡੀ ਕੈਪੀਟਲ ਖੜੀ ਹੈ 8 ਲੱਖ ਰੁਪੀਸ ਦੀ। ਦੇਖੋ ਇਹਨੂੰ ਅਸੀਂ ਖਰਚਾ ਨਹੀਂ ਮੰਨਣਾ, ਗੁੱਡਸ ਖਰੀਦੀਆਂ ਨੇ, ਖਰਚਾ ਨਹੀਂ ਹੈ ਇਹ, ਕਿਉਂਕਿ ਇਸ ਨੂੰ ਅਸੀਂ ਵੇਚਾਂਗੇ। ਇਹੀ ਸਾਡੀ ਮੇਨ ਚੀਜ਼ ਹੈ ਜਿਹਨੂੰ ਅਸੀਂ ਵੇਚ ਕੇ ਸੇਲ ਪਾ ਕੇ ਔਰ ਉੱਥੋਂ ਅਸੀਂ ਪ੍ਰੋਫਿਟ ਕਮਾਉਣੇ ਆ। ਇਹ ਸਾਡੀ ਮੇਨ ਚੀਜ਼ ਹੈ, ਖਰਚਾ ਨਹੀਂ ਹੈ ਸਾਡਾ। ਕਲੀਅਰ। ਹੁਣ ਇਹ ਸਾਡੀ ਲਾਇਬਿਲਿਟੀ ਖੜੀ ਹੋ ਗਈ, ਗਣੇਸ਼ ਟ੍ਰੇਡਰਸ ਨੂੰ ਇਨ ਫਿਊਚਰ ਅਸੀਂ 10,000 ਰੁਪੀਸ ਪੇ ਕਰਨੇ ਆ। ਸੋ ਲਾਇਬਿਲਿਟੀ ਸਾਈਡ ਤੇ ਵੀ ਸਾਡਾ 8,10,000 ਪੂਰਾ ਹੋ ਗਿਆ। ਨੈਕਸਟ ਟ੍ਰਾਂਜੈਕਸ਼ਨ ਹੈ ਬੌਟ ਗੁੱਡਸ ਫॉर 5,000 ਫਰੋਮ ਅਰਜੁਨ ਟ੍ਰੇਡਰਸ ਫॉर ਕੈਸ਼। ਅਰਜੁਨ ਟ੍ਰੇਡਰਸ ਤੋਂ ਅਸੀਂ 5,000 ਦੀਆਂ ਚੀਜ਼ਾਂ ਖਰੀਦੀਆਂ ਔਰ ਕੈਸ਼ ਪੇ ਕਰ ਦਿੱਤਾ। ਹੁਣ ਦੇਖੋ ਕੈਸ਼ ਪੇ ਕਰਨ ਨਾਲ ਕੀ ਹੋਇਆ, ਜਾਂ ਅਸੀਂ ਇਹ ਕਰਾਂਗੇ, ਇੱਥੇ ਕੈਸ਼ ਨਾ ਲਿਖੋ ਤੁਸੀਂ ਕਿਉਂਕਿ ਟ੍ਰਾਂਜੈਕਸ਼ਨ ਆਪਾਂ ਉਧਾਰ ਦੀ ਲਈ ਹੋਈ ਹੈ। ਇੱਥੇ ਆਪਾਂ ਇਹਨੂੰ ਕ੍ਰੈਡਿਟ ਮੰਨ ਕੇ ਚੱਲਦੇ ਹਾਂ। ਦੇਖੋ ਅਗਰ ਇੱਥੇ ਕੈਸ਼ ਨਾ ਲਿਖਿਆ ਜਾਵੇ, ਸੇ ਫॉर ਐਗਜ਼ਾਮਪਲ ਕਿ ਕੈਸ਼ ਨਹੀਂ ਲਿਖਿਆ, ਕੱਲਾ ਅਰਜੁਨ ਟ੍ਰੇਡਰ ਲਿਖਿਆ, ਤਾਂ ਉਹਨੂੰ ਅਸੀਂ ਉਧਾਰ ਦੀ ਟ੍ਰਾਂਜੈਕਸ਼ਨ ਮੰਨ ਕੇ ਚੱਲਣਾ। ਹੁਣ ਦੇਖੋ ਉਹਦੇ ਪਿੱਛੇ ਕਾਰਨ ਕੀ ਹੈ ਕਿ ਦੁਕਾਨਦਾਰ ਦਾ ਨਾਮ ਲਿਖ ਦਿੱਤਾ ਜਿਸ ਤੋਂ ਅਸੀਂ ਖਰੀਦਿਆ ਔਰ ਅੱਗੇ ਅਸੀਂ ਕੁਝ ਨਹੀਂ ਲਿਖਿਆ, ਤਾਂ ਇੱਕ ਦਿਮਾਗ ਦੇ ਵਿੱਚ ਕੁਐਸਚਨ ਅਰਾਈਜ਼ ਹੁੰਦਾ ਹੈ ਕਿ ਇਹਨੂੰ ਅਗਰ ਫॉर ਕੈਸ਼ ਨਹੀਂ ਲਿਖਿਆ ਇਹਦੇ ਅੱਗੇ, ਤਾਂ ਇਹਨੂੰ ਅਸੀਂ ਉਧਾਰ ਹੀ ਕਿਉਂ ਮੰਨਿਆ। ਸੋ ਇਹਦੇ ਲਈ ਆਪਾਂ ਛੋਟੀ ਜਿਹੀ ਇੱਕ ਐਗਜ਼ਾਮਪਲ ਲੈਂਦੇ ਹਾਂ। ਸੇ ਫॉर ਕਿ ਗਰਮੀਆਂ ਦੇ ਦਿਨ ਚੱਲਦੇ ਆ, ਤੁਸੀਂ ਬਾਈਕ ਦੇ ਉੱਪਰ ਹੋਵੋ ਔਰ ਤੁਹਾਡੇ ਹੈਲਮਟ ਲਿਆ ਹੋਇਆ, ਮੂੰਹ ਸਿਰ ਚੰਗੀ ਤਰ੍ਹਾਂ ਕਵਰ ਕੀਤਾ ਹੋਇਆ,
ਔਰ ਜਦੋਂ ਤੁਸੀਂ ਇੱਕ ਸ਼ਾਪ ਦੇ ਅੱਗੇ ਜਾ ਕੇ ਖੜਦੇ ਹੋ, ਉੱਥੇ ਤੁਸੀਂ ਕੀ ਕੀਤਾ, ਉਸ ਦੇ ਕਾਊਂਟਰ ਦੇ ਉੱਪਰ ਇੱਕ 100 ਦਾ ਨੋਟ ਰੱਖਿਆ ਔਰ 100 ਰੁਪਏ ਦੇ ਬਰਾਬਰ ਦੀ ਕੋਈ ਚੀਜ਼ ਉਸ ਤੋਂ ਮੰਗੀ, ਉਸਨੇ ਤੁਹਾਨੂੰ ਪ੍ਰੋਵਾਈਡ ਕਰ ਦਿੱਤੀ, 100 ਰੁਪਏ ਉਸਨੇ ਆਪਣੇ ਗੱਲੇ 'ਚ ਰੱਖਿਆ, ਤੁਸੀਂ ਉਹ ਚੀਜ਼ ਉਠਾਈ, ਸੈਲਫ ਮਾਰੀ ਔਰ ਨਿਕਲ ਗਏ। क्या उस शॉपकीपर ने तुहाडे तो तुहाडा नाम, तुहाडा फोन नंबर, तुहाडा एड्रैस वगैरह कुछ पूछया? नहीं पूछया। कारण की? क्योंकि उसनू पैसे मिल गए, तुहानू चीज़ मिल गई, तुसी चले गए। हुण अगर असी सरकमस्टांसिस नू चेंज कर दईए कि तुसी की कीता, उही समान लिया, पैसे नहीं रखे, समान लिया और तुसी उसनू कह दिता कि खाते च लिख लिओ, हुण वो की कहूगा कि अपना नाम लिखाओ, शक्ल तो दिखा दे भाई, तू कौन है, कित्थे रहना है, ठीक है, वो हर चीज़ पुछूगा आपां तो जदों असी किसी ट्रांजैक्शन दे विच किसी परसन का नाम लिख दिंदे आ और उत्थे कैश वर्ड नहीं लिखते, तो असी यही अज्यूम करके चलते हैं कि वो ट्रांजैक्शन की है, उधार दे उपर हुई है। इस करके ध्यान रखना है कि जदों भी किसी ट्रांजैक्शन दे विच किसी का नाम आ जाता है, नाल कैश नहीं लिखा जाता। हुण देखो, मैं गलती नाल इत्थे कैश लिख दिता सी, इसे करके आपां इसनूं इरेज कीता कि कैश इत्थे अज्यूम नहीं करना, क्योंकि इक्वेशन दे विच आपां उसनूं उधार मन्निया होया। तो आपां इसनूं किवें सैटल करांगे? देखो 5000 का अपने कोल स्टॉक होर आ गया, तो उसनूं असीं पुराने स्टॉक दे विच ऐड कर दिता, वैल्यू बन गई 15000, टोटल अपने कोल स्टॉक हो गया 15000 का। इक्वेशन साडी 5000 नाल होर वध गई। दूसरे पासे अपने कोल की है, कैपीटल भी स्टैंड करदी है, साडे कोल पुरानी लाइबिलिटी खड़ी है गणेश ट्रेडर्स के नाम पर, एक नवी लाइबिलिटी खड़ी होगी, दैट इज़ अर्जुन ट्रेडर्स, 5000 की एक नवी लाइबिलिटी खड़ी होगी। क्लीयर? सो अपने कोल दोनों पासे इक्वेशन बराबर है। नेक्स्ट है बॉट फर्नीचर फ्रॉम विजय फर्नीचर फॉर 20,000 एंड पेड 500 कैरेज। देखो इत्थे फिर वही चीज़ आई कि मैं तुहानू की कर दिता, नाम दे दिता और ये नहीं लिखिया कि उन्होंने पेमेंट दिती या नहीं दिती। तो आपां की अज्यूम करना है कि ट्रांजैक्शन उधार ते हुई है और नाल ही की कीता, 500 रुपया पे कर दिता। वो काहदा कि जो भी फर्नीचर लैके आए हैं उहदा कैरेज आउण जाण दा, कोई रेहड़ी का खर्चा होऊगा, कोई ट्रॉली का खर्चा होएगा, वो 500 रुपीज़ असी पे किया। हुण इस दी असी ट्रांजैक्शन की दिखानी है, जो असी पेमेंट कर दिती उसनूं तां पहलां कैश दे विच्चों माइनस कर दो। 3 लाख रुपीज़ का अपने कोल कैश पिया सी, उस दे विच्चों 500 रुपीज़ माइनस होए, साडे कोल रिमेनिंग कैश जो बचिया वो असी इत्थे लिख दिता 299,500। बैंक बैलेंस नहीं हिलिया, वो 5 का 5 खड़ा है। उस तो बाद स्टॉक अपना पूरा है, एक फर्नीचर खरीदिया 20,000 का और 500 उन्होंने लैके आने के लिए चार्जिस। देखो इत्थे साडे कोल एक रूल है कि जदों असी कोई कैपीटल एक्सपेंडिचर करते हैं, कैपीटल एक्सपेंडिचर मीनस कि असी फिक्स एसेट नूं खरीदते हैं जिसका बेनीफिट सानू मोर दैन 1 ईयर मिलता है और उसनूं पुट टू यूज़ दे विच लैके आउण तक असी उहदे विच जिन्ने भी खर्चे कर दिंदे आ वो सारे दे सारे उस चीज़ दे विच ऐड हो जाते हैं। मतलब उन्होंने इस प्रोसैस नूं बोलिया जांदा है कैपीटलाइजेशन, कि वो सारे दे सारे खर्चियां नूं कैपीटलाइज कर दिता जाता है, उहदे विच ऐड कर दिता जाता है। सो साडे फर्नीचर की वैल्यू जो है ये 20,000 नहीं होएगी, ये विचों कैरेज की अमाउंट ऐड होने तो बाद इसकी वैल्यू कितनी होगी 20,500। साडी इक्वेशन अकॉर्डिंगली चेंज होगी। और दूसरे पासे साडे कोल की है, क्योंकि 500 असी पे कर दिता, ठीक है, और ये तो साडा कैश चों माइनस भी हो गया और इसनूं असी खर्चा नहीं मनना क्योंकि इसनूं मैं कैपिटलाइज कर दिता। जिहड़ी चीज़ कैपिटलाइज होगी वो तुहाडा खर्चा नहीं हो सकती, ठीक है जी। और दूसरे पासे असी की कीता 20,000 असी विजय फर्नीचर नूं पे करना, इस करके असी एक नवी लाइबिलिटी खड़ी कर ली विजय फर्नीचर के नाम दे नाल। नैक्सट ट्रांजैक्शन है, देखो ये विचकार असी हर एक इक्वेशन का टोटल करते जाना है, वो साडा बराबर आना चाहिए। नैक्सट ट्रांजैक्शन सोल्ड गुड्स कॉस्टिंग 8,000, जिस गुड्स की कॉस्ट 8,000 रुपये सी उसनूं सी 15,000 रुपये दे विच किसे अमन नाम दे परसन नूं सेल आउट कर दिता। देखो हुण मैं इत्थे फिर नहीं लिखिया फॉर कैश, इट मीनस मैं अमन नूं भी उधार दे विच बेचिया होगा और उसने मैनू 80% जिहड़ी अमाउंट है वो पे कर दी, बाकी 20% रहिंदी है। तो की होया, सोल्ड गुड्स 8,000 दियाँ
ਪਹਿਲਾਂ ਤਾਂ ਜੋ ਸਟਾਕ ਦੀ ਅਮਾਉਂਟ ਤੁਹਾਡੇ ਕੋਲ 15000 ਸੀ, ਇਹਦੇ ਵਿੱਚੋਂ ਤੁਸੀਂ 8 ਮਾਈਨਸ ਕਰ ਦਿੱਤਾ, ਤੁਹਾਡੇ ਕੋਲ ਸਟਾਕ ਦੀ ਵੈਲਿਊ ਕਿੰਨੀ ਰਹਿ ਗਈ 7000। ਉਸ ਤੋਂ ਬਾਅਦ ਕੀ ਹੋਇਆ, 15000 ਰੁਪਏ ਦੀਆਂ ਵੇਚੀਆਂ, ਜਿਹਦੇ ਵਿੱਚੋਂ 80% ਅਮਾਉਂਟ ਮੈਨੂੰ ਮਿਲ ਗਈ। ਸੋ 15000 ਦਾ 80% ਕਰਾਂਗੇ, ਉਹ ਮੈਂ ਕੀ ਕਰ ਦੂੰਗਾ ਕਿ ਕੈਸ਼ ਦੇ ਵਿੱਚ ਪਲੱਸ ਕਰ ਦੂੰਗਾ, ਬੈਂਕ ਬੈਲੈਂਸ ਮੇਰਾ ਸੇਮ ਰਹੂਗਾ। ਠੀਕ, ਉਸ ਤੋਂ ਬਾਅਦ ਫਰਨੀਚਰ ਦੀ ਵੈਲਿਊ ਸੇਮ ਰਹੇਗੀ, ਉਹ 'ਚ ਕੋਈ ਚੇਂਜ ਨਹੀਂ ਆਊਗਾ। ਹਾਂ, ਅਮਨ ਤੋਂ ਮੈਂ 15000 ਲੈਣਾ ਸੀ, 80% ਮੀਨਸ ਉਸਨੇ 12 ਦੇ ਦਿੱਤਾ, ਬਾਕੀ 3 ਰਹਿ ਗਿਆ, ਉਹ 3 ਮੈਂ ਅਮਨ ਦੇ ਖਾਤੇ 'ਚ ਲਿਖ ਦਿੱਤੇ ਕਿ ਅਮਨ ਤੋਂ 3000 ਲੈਣਾ ਹੈ, ਉਹ ਮੇਰੀ ਐਸਟ ਬਣ ਜਾਏਗੀ। ਹੁਣ 8000 ਦੀ ਚੀਜ਼ 15000 ਦੇ ਵਿੱਚ ਵੇਚੀ, ਮਤਲਬ 8000 ਉਹਦੀ ਕਾਸਟ ਹੈ, 15000 ਦੀ ਸੇਲ ਆਊਟ ਕਰ ਦਿੱਤੀ। ਇੱਥੇ ਪ੍ਰੋਫਿਟ ਕਿੰਨਾ ਹੋਇਆ, ਅਪਰੋਕਸ 7000 ਦਾ, ਉਹ ਮੈਂ ਕੀ ਕਰ ਦਿੱਤਾ ਕਿ ਕੈਪੀਟਲ 'ਚ ਪਲੱਸ ਕਰ ਦਿੱਤਾ। ਪ੍ਰੋਫਿਟ ਮਾਲਕ ਨੂੰ ਮਿਲੂਗਾ ਸਾਰਾ। ਕਲੀਅਰ। ਸੋ ਅਸੀਂ ਇਹ ਸਾਰੇ ਸੈਟਅਪ ਨੂੰ ਚੇਂਜ ਕਰਾਂਗੇ, ਇਕੁਏਸ਼ਨ ਦਾ ਟੋਟਲ ਲਗਾਵਾਂਗੇ ਤਾਂ ਉਹ ਵੀ ਆਪਸ ਦੇ ਵਿੱਚ ਮੈਚ ਕਰੂਗਾ। ਲਾਸਟ ਟ੍ਰਾਂਜੈਕਸ਼ਨ paid to Ganesh Traders 9500 as full and final payment। ਹੁਣ ਦੇਖੋ ਗਣੇਸ਼ ਟ੍ਰੇਡਰ ਦੀ ਲਾਇਬਿਲਿਟੀ ਕਿੰਨੀ ਖੜੀ ਸੀ, ਗਣੇਸ਼ ਟ੍ਰੇਡਰਸ ਨੂੰ ਅਸੀਂ ਕਿੰਨੀ ਪੇਮੈਂਟ ਕਰਨੀ ਸੀ, 10000 ਰੁਪੀਜ਼ ਪੇ ਕਰਨੇ ਸੀ ਉਸ ਨੂੰ ਅਸੀਂ, ਔਰ ਕਿੰਨਾ ਦੇ ਦਿੱਤਾ 9500 ਰੁਪੀਜ਼ ਫੁੱਲ ਐਂਡ ਫਾਈਨਲ ਪੇਮੈਂਟ। ਮਤਲਬ ਅਸੀਂ 500 ਦਾ ਇੱਥੇ ਕੀ ਕਰ ਲਿਆ, ਪ੍ਰੋਫਿਟ ਗੇਨ ਕਮਾ ਲਿਆ ਡਿਸਕਾਊਂਟ ਦੇ ਤੌਰ ਦੇ ਉੱਪਰ। ਤਾਂ ਅਸੀਂ ਕੀ ਕੀਤਾ, ਦੇਖੋ ਕੈਸ਼ ਦੇ ਵਿੱਚੋਂ ਟੋਟਲ 9500 ਮਾਈਨਸ ਕਰ ਦਿੱਤਾ, ਬੈਂਕ ਬੈਲੈਂਸ ਐਜ਼ ਇਟ ਇਜ਼ ਰਹਿ ਗਿਆ, ਸਟਾਕ ਐਜ਼ ਇਟ ਇਜ਼ ਰਹਿ ਗਿਆ, ਫਰਨੀਚਰ ਐਜ਼ ਇਟ ਇਜ਼ ਰਹਿ ਗਿਆ, ਅਮਨ ਦਾ ਬੈਲੈਂਸ ਐਜ਼ ਇਟ ਇਜ਼ ਰਹਿ ਗਿਆ। ਔਰ ਜੋ ਅਸੀਂ ਗਣੇਸ਼ ਟ੍ਰੇਡਰ ਨੂੰ ਪੇਮੈਂਟ ਕਰਨੀ ਸੀ, ਦੇਖੋ ਇਹ ਜ਼ੀਰੋ ਹੋ ਗਈ ਕਿਉਂਕਿ ਸਾਰੀ ਦੀ ਸਾਰੀ ਲਾਇਬਿਲਿਟੀ ਖਤਮ ਹੋ ਗਈ। ਬਾਕੀ ਲਾਇਬਿਲਿਟੀਜ਼ ਐਜ਼ ਇਟ ਇਜ਼ ਹੈ। ਅਸ਼ੋਕ ਜੋ ਅਸੀਂ ਇੱਥੇ ਟ੍ਰੇਡਰਸ ਨੂੰ ਪੇਮੈਂਟ ਕਰਨੀ ਸੀ, ਅਰਜੁਨ ਟ੍ਰੇਡਰਸ ਨੂੰ, ਉਹ 5000 ਦੀ ਐਜ਼ ਇਟ ਇਜ਼ ਖੜੀ ਹੈ। ਵਿਜੇ ਫਰਨੀਚਰ ਨੂੰ ਜੋ ਪੇਮੈਂਟ ਕਰਨੀ ਹੈ 20000 ਦੀ, ਉਹ ਵੀ ਐਜ਼ ਇਟ ਇਜ਼ ਖੜੀ ਹੈ। ਔਰ ਜੋ ਅਸੀਂ ਇਹਦੇ ਚੋਂ ਇੱਕ ਪ੍ਰੋਫਿਟ ਕਮਾਇਆ ਡਿਸਕਾਊਂਟ ਨਾਮ ਦਾ 500, ਉਹ ਅਸੀਂ ਕੀ ਕਰ ਦਿੱਤਾ ਕਿ ਕੈਪੀਟਲ 'ਚ ਪਲੱਸ ਕਰ ਦਿੱਤਾ। ਸੋ ਸਾਡੀ ਅਕਾਊਂਟਿੰਗ ਇਕੁਏਸ਼ਨ ਇੱਥੇ ਵੀ ਮੈਚ ਕਰੂਗੀ ਆਪਸ 'ਚ 8,32,500 8,32,500 ਰੁਪੀਜ਼। ਕਲੀਅਰ। ਇਸ ਤਰ੍ਹਾਂ ਅਸੀਂ ਇਕੁਏਸ਼ਨ ਜਿਹੜੀ ਬਣਾਉਣੀ ਹੈ, ਹਰ ਇੱਕ ਟ੍ਰਾਂਜੈਕਸ਼ਨ ਨੂੰ ਪ੍ਰੋਪਰਲੀ ਸਮਝ ਕੇ ਚੱਲਣਾ ਹੈ। ਅਗਰ ਅਸੀਂ ਟ੍ਰਾਂਜੈਕਸ਼ਨ ਨੂੰ ਨਹੀਂ ਸਮਝ ਪਾਏ, ਅਗਰ ਅਸੀਂ ਇਹ ਨਹੀਂ ਦੇਖ ਪਾਏ ਕਿ ਟ੍ਰਾਂਜੈਕਸ਼ਨ ਦੇ ਵਿੱਚ ਕੀ ਚੀਜ਼ਾਂ ਨਿਕਲ ਰਹੀਆਂ, ਐਸਟ ਦੇ ਉੱਪਰ ਕੀ ਇਫੈਕਟ ਪੈ ਰਿਹਾ, ਲਾਇਬਿਲਿਟੀਜ਼ 'ਤੇ ਕੀ ਇਫੈਕਟ ਪੈ ਰਿਹਾ, ਕੈਪੀਟਲ 'ਤੇ ਕੀ ਇਫੈਕਟ ਪੈ ਰਿਹਾ, ਤਾਂ ਸਾਨੂੰ ਇਕੁਏਸ਼ਨ ਸਮਝ ਨਹੀਂ ਆਣੀ, ਇਕੁਏਸ਼ਨ ਨਹੀਂ ਬਣਨੀ। ਸੋ ਇਸ ਕਰਕੇ ਟ੍ਰਾਂਜੈਕਸ਼ਨਸ ਨੂੰ ਸਮਝਣ ਦੇ ਉੱਪਰ ਜ਼ੋਰ ਦਿਓ ਔਰ ਕੁਐਸਚਨਸ ਨੂੰ ਮੈਕਸਿਮਮ ਟਰਾਈ ਕਰੋ। ਸੋ thanks for watching the video. Keep supporting, like, subscribe and share the channel. Thank you.